ਹਾਲੇਲੂਇਆ। ਸਾਰੇ ਵਚਨ ਲਈ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਾਰੇ ਆਪਣੀ ਬਾਈਬਲ ਨੂੰ ਹੱਥ ਦੇ ਵਿੱਚ ਲੈ ਕੇ ਵਚਨ ਲਈ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਪਰਮੇਸ਼ਵਰ ਜੀ, ਤੁਹਾਡੇ ਵਚਨ ਨੂੰ ਖੁਦਾਵੰਦ ਸੁਣਨ ਜਾ ਰਹੇ ਹਾਂ। ਮੇਰੇ ਪਰਮੇਸ਼ਵਰ ਖੁਦਾਵੰਦ ਜੀ, ਤੁਹਾਡਾ ਵਚਨ ਇੱਕ ਇੱਕ ਜਨ ਦੀ ਜ਼ਿੰਦਗੀ ਨੂੰ ਚੇਂਜ ਕਰ ਰਿਹਾ। ਮੇਰੇ ਪਰਮੇਸ਼ਵਰ, ਤੁਹਾਡੇ ਵਚਨ ਦੇ ਦੁਆਰਾ ਮੇਰੇ ਖੁਦਾਵੰਦ ਜੀ ਅੱਜ ਰੂਹਾਂ ਬਚਾਈਆਂ ਜਾ ਸਕਣ। ਮੇਰੇ ਖੁਦਾਵੰਦ, ਜਿਹੜਾ ਕੰਮ ਕੋਈ ਹੋਰ ਨਹੀਂ ਕਰ ਸਕਦਾ ਖੁਦਾਵੰਦ ਜੀ, ਜਿਸ ਤਰ੍ਹਾਂ ਅਸੀਂ ਅੱਜ ਟੈਸਟਮਨੀ ਸੁਣੀਆ ਖੁਦਾਵੰਦ ਜੀ, ਤੁਹਾਡੇ ਵਚਨ ਦੇ ਦੁਆਰਾ ਛੁਟਕਾਰਾ ਹੋਇਆ। ਮੇਰੇ ਪਰਮੇਸ਼ਵਰ, ਤੁਹਾਡੀ ਅਨੋਇੰਟਿੰਗ ਦੇ ਦੁਆਰਾ ਛੁਟਕਾਰਾ ਹੋਇਆ। ਮੇਰੇ ਪਰਮੇਸ਼ਵਰ, ਉਹ ਖੁਦਾਵੰਦ ਜੀ, ਉਹ ਖੁਦਾਵੰਦ ਜੀ, ਨਸ਼ੇ ਦੀ ਸਪਿਰਿਟ ਜਿਹੜੀ 15 ਸਾਲ ਪੁਰਾਣੀ ਸੀ, ਅੱਜ ਖੁਦਾਵੰਦ ਜੀ ਛੱਡ ਕੇ ਗਈ ਆ। ਮੇਰੇ ਪਰਮੇਸ਼ਵਰ ਖੁਦਾਵੰਦ ਜੀ, ਮੈਂ ਦੁਆ ਕਰਦਾ ਇਸ ਵਚਨ ਦੇ ਦੁਆਰਾ ਖੁਦਾਵੰਦ ਜੀ ਅੱਜ ਨਵੇਂ ਸਿਰਿਓਂ ਖੁਦਾਵੰਦ ਜੀ ਛੁਟਕਾਰੇ ਹੋਣ। ਮੇਰੇ ਪਰਮੇਸ਼ਵਰ, ਜ਼ਿੰਦਗੀਆਂ ਬਦਲ ਜਾਣ, ਸੇਮ ਨਾ ਰਹਿਣ। ਮੇਰੇ ਪਰਮੇਸ਼ਵਰ, ਤੁਹਾਡਾ ਮਸਾ ਅੱਜ ਉਤਰੇ। ਮੇਰੇ ਪਰਮੇਸ਼ਵਰ, ਤੁਹਾਡਾ ਵਚਨ ਇੱਕ ਇੱਕ ਜਨ ਦੇ ਨਾਲ ਗੱਲ ਕਰੇ। ਪਰਮੇਸ਼ਵਰ, ਤੁਹਾਡੀ ਮਹਿਮਾ, ਤੁਹਾਡਾ ਜਲਾਲ ਹੋਵੇ। ਸਭ ਕੁਝ ਮੰਗਦੇ ਹਾਂ ਪ੍ਰਭੂ ਜੀ ਤੁਹਾਡੇ ਪਿਤਾ ਪਰਮੇਸ਼ਵਰ, ਤੁਹਾਡੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨੇਕ ਤੇ ਜਲਾਲੀ ਨਾਮ ਦੇ ਵਿੱਚ, ਆਮੇਨ। ਹਾਲੇਲੂਇਆ। ਹਾਂਜੀ, ਬੈਠ ਜਾਈਏ ਸਾਰੇ। ਆਪਾਂ ਵਚਨ ਦੇ ਵਿੱਚ ਜਾਵਾਂਗੇ। ਪਰ ਅੱਜ ਟੈਸਟਮਨੀ ਸੁਣ ਕੇ ਸਾਰਿਆਂ ਨੂੰ ਖੁਸ਼ੀ ਹੋਈ। ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਹੈ ਕਿ ਉਹਨਾਂ ਨੇ ਇੱਕ ਜੀਵਿਤ ਚਰਚ ਸਾਨੂੰ ਦਿੱਤੀ ਹੈ। ਕਈ ਵਾਰੀ ਲੋਕ ਕਹਿ ਦਿੰਦੇ ਆ ਕਿ ਪਰਮੇਸ਼ਵਰ ਹਰ ਜਗ੍ਹਾ 'ਤੇ ਆ। ਇੱਦਾਂ ਹੀ ਆ। ਇਹ ਗੱਲ ਸਹੀ ਹੈ ਕਿ ਪਰਮੇਸ਼ਵਰ ਹਰ ਜਗ੍ਹਾ 'ਤੇ ਆ, ਪਰ ਪਰਮੇਸ਼ਵਰ ਦੀ ਜਿਹੜੀ ਛਡਾਉਣ ਵਾਲੀ ਪਾਵਰ ਆ, ਜਿਹੜੀ ਮੈਨੀਫੈਸਟੇਸ਼ਨ ਪਾਵਰ ਆ, ਉਹ ਕਿਸੇ ਕਿਸੇ ਜਗ੍ਹਾ 'ਤੇ ਆ। ਉਹ ਹਰ ਜਗ੍ਹਾ 'ਤੇ ਨਹੀਂ। ਪਰਮੇਸ਼ਵਰ ਤਾਂ ਹਰ ਜਗ੍ਹਾ 'ਤੇ ਆ, ਪਰ ਜਿਹੜੀ ਪਰਮੇਸ਼ਵਰ ਦੀ ਛਡਾਉਣ ਵਾਲੀ ਪਾਵਰ ਆ, ਉਹ ਕੇਵਲ ਅਤੇ ਕੇਵਲ ਜੀਵਿਤ ਚਰਚਿਸ ਦੇ ਵਿੱਚ ਆ। ਪਰ ਅਸੀਂ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਦਾ ਆਤਮਾ ਸਾਡੇ ਚਰਚ ਦੇ ਵਿੱਚ ਕੰਮ ਕਰ ਰਿਹਾ। ਅਤੇ ਟੈਸਟਮਨੀਜ਼ ਹਾਲੇ ਥੋੜ੍ਹੇ ਵੀਕ ਹੀ ਹੋਏ ਆਪਾਂ ਨੂੰ ਸਟਾਰਟ ਕੀਤਿਆਂ, ਪਰ ਟੈਸਟਮਨੀਜ਼ ਆਉਣੀਆਂ ਸਟਾਰਟ ਹੋ ਗਈਆਂ। ਹਾਲੇਲੂਇਆ, ਹਾਲੇਲੂਇਆ। ਅਤੇ ਮੈਂ ਬਿਲੀਵ ਕਰਦਾ ਕਿ ਪਰਮੇਸ਼ਵਰ ਬਹੁਤ ਵੱਡੇ ਵੱਡੇ ਕੰਮ ਇਸ ਚਰਚ ਦੇ ਦੁਆਰਾ ਆਉਣ ਵਾਲੇ ਟਾਈਮ ਦੇ ਵਿੱਚ ਕਰਨ ਜਾ ਰਹੇ ਆ। ਹਾਲੇਲੂਇਆ। ਅਸੀਂ ਵਚਨ ਦੇ ਵਿੱਚੋਂ ਪੜ੍ਹਾਂਗੇ। ਲਾਸਟ ਵੀਕ ਵਚਨ ਸੀਗਾ, ਉਸੇ ਦਾ ਹੀ ਸੈਕਿੰਡ ਪਾਰਟ ਅੱਜ ਅਸੀਂ ਕਰਾਂਗੇ ਵਚਨ ਦੇ ਵਿੱਚ। ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਇੱਕ ਕੁਐਸਚਨ ਮੈਂ ਲਾਸਟ ਵੀਕ ਪੁੱਛਿਆ ਸੀ, ਜੇ ਕਿਸੇ ਨੂੰ ਯਾਦ ਹੋਵੇ ਮੈਂ ਕੀ ਕੁਐਸਚਨ ਪੁੱਛਿਆ ਸੀਗਾ। ਲਾਸਟ ਵੀਕ ਮੈਂ ਪੁੱਛਿਆ ਸੀਗਾ ਕਿ ਸਾਡਾ ਧਰਤੀ 'ਤੇ ਆਉਣ ਦਾ ਮਕਸਦ ਕੀ ਹੈ। ਕਿ ਆਪਾਂ ਧਰਤੀ 'ਤੇ ਆਏ ਹਾਂ, ਆਪਾਂ ਵੈਸੇ ਐਕਸੀਡੈਂਟਲੀ ਆ ਗਏ ਜਾਂ ਆਪਣਾ ਕੋਈ ਮਕਸਦ ਹੈ ਧਰਤੀ 'ਤੇ ਆਉਣ ਦਾ। ਅਤੇ ਸਿਸਟਰ ਜੀ ਹੁਣਾਂ ਨੇ ਬੜਾ ਵਧੀਆ ਉਹਦਾ ਆਨਸਰ ਦਿੱਤਾ ਸੀਗਾ ਕਿ ਜਿਹੜਾ ਸਾਡਾ ਧਰਤੀ 'ਤੇ ਆਉਣ ਦਾ ਮਕਸਦ ਆ, ਪਰਮੇਸ਼ਵਰ ਵੱਲੋਂ ਦਿੱਤੀ ਹੋਈ ਅਸਾਈਨਮੈਂਟ ਨੂੰ ਪੂਰਾ ਕਰਨਾ ਆ। ਹਾਲੇਲੂਇਆ। ਕਿ ਪਰਮੇਸ਼ਵਰ ਨੇ ਸਾਨੂੰ ਅਸਾਈਨਮੈਂਟ ਦਿੱਤੀ ਆ ਅਤੇ ਉਹਨੂੰ ਪੂਰਾ ਕਰਨਾ ਸਾਡਾ ਮਕਸਦ ਆ। ਪਰ ਪਰਮੇਸ਼ਵਰ ਦੇ ਵੱਲੋਂ ਦਿੱਤੀ ਹੋਈ ਅਸਾਈਨਮੈਂਟ ਕੀ ਆ? ਪਰਮੇਸ਼ਵਰ ਦੇ ਵੱਲੋਂ ਦਿੱਤੀ ਹੋਈ ਅਸਾਈਨਮੈਂਟ, ਬਾਈਬਲ ਦੇ ਵਿੱਚ ਲਿਖਿਆ ਕਿ ਸਾਡੀ ਅਸਾਈਨਮੈਂਟ ਕੀ ਆ, ਕਿ ਅਸੀਂ ਕਿਹੜਾ ਕੰਮ ਧਰਤੀ 'ਤੇ ਕਰਨ ਆਏ ਹਾਂ। ਅਸੀਂ ਪੜ੍ਹਾਂਗੇ ਬੁੱਕ ਆਫ ਜੈਨੇਸਿਸ, ਉਤਪਤੀ ਦੀ ਕਿਤਾਬ, ਉਹਦਾ ਪਹਿਲਾ ਅਧਿਆਏ, ਉਹਦੀ 27 ਆਇਤ। ਬੁੱਕ ਆਫ ਜੈਨੇਸਿਸ ਚੈਪਟਰ 1 ਵਰਸ 27। हालेलुया। इसे लिखा कि तब परमेश्वर ने मनुष्य को अपने स्वरूप के अनुसार उत्पन्न किया, अपने ही स्वरूप के अनुसार परमेश्वर ने उनको उत्पन्न किया, नर और नारी करके उसने मनुष्य की सृष्टि की। और परमेश्वर ने उनको आशीष दी और उनसे कहा, फूलो फलो और पृथ्वी को भर दो। हालेलुया। वर्स 26 ਦੇ ਵਿੱਚ ਆਪਾਂ ਪੜ੍ਹਦੇ ਹਾਂ, फिर परमेश्वर ने कहा, हम मनुष्य को अपने स्वरूप के अनुसार अपनी समानता में बनाएं और वह समुद्र की मछलियों और आकाश के पक्षियों और घरेलू पशुओं और सारी पृथ्वी पर और सब रेंगने वाले जंतुओं पर और जो पृथ्वी पर रेंगते हैं अधिकार रखे। हालेलुया। ਜਿਹੜੀ ਲਾਸਟ ਚੀਜ਼ ਆਪਾਂ ਪੜ੍ਹੀ ਆ, ਪਰਮੇਸ਼ਵਰ ਨੇ ਮਨੁੱਖ ਨੂੰ ਕਿਉਂ ਬਣਾਇਆ? अधिकार रखे, कि वो अधिकार
ਰੱਖੇ। ਇੰਗਲਿਸ਼ ਦੇ ਵਿੱਚ ਲਿਖਿਆ verse 26, then God said, let us make man in our image, after our likeness, and let them have dominion over the fish of the sea, and over the birds of the heavens, and over the livestock, and over all the earth, and over every creeping thing that creeps on the earth. ਮੇਨ ਜਿਹੜੀ ਇਹਦੇ ਵਿੱਚੋਂ ਚੀਜ਼ ਦੇਖਣ ਵਾਲੀ ਆ ਉਹ ਹੈਗੀ ਹੈਵ ਡੋਮੀਨੀਅਨ। ਕੀ ਹੈਵ ਡੋਮੀਨੀਅਨ, ਕੀ ਉਹ ਅਧਿਕਾਰ ਰੱਖੇ। ਪਰਮੇਸ਼ਵਰ ਨੇ ਇਨਸਾਨ ਨੂੰ ਐਸ ਕਰਕੇ ਬਣਾਇਆ ਸੀਗਾ ਕਿ ਜਿਹੜਾ ਇਨਸਾਨ ਆ ਧਰਤੀ ਦੇ ਉੱਤੇ ਹਰ ਚੀਜ਼ ਦੇ ਉੱਪਰ ਉਹ ਅਧਿਕਾਰ ਰੱਖੇ, ਕਿ ਜਿਹੜਾ ਇਨਸਾਨ ਆ ਉਹਦੀ ਡੋਮੀਨੀਅਨ ਹਰ ਚੀਜ਼ 'ਤੇ ਹੋਵੇ, ਉਹਦਾ ਅਧਿਕਾਰ ਹੋਵੇ, ਉਹਦੀ ਅਥੋਰਿਟੀ ਹਰ ਚੀਜ਼ ਦੇ ਵਿੱਚ ਹੋਵੇ। ਹਾਲੇਲੂਇਆ। ਅਤੇ ਇੱਦਾਂ ਹੀ ਸੀਗੀ ਜਦੋਂ ਆਪਾਂ ਦੇਖਿਆ ਬੁੱਕ ਆਫ ਜੈਨੇਸਿਸ ਦੇ ਵਿੱਚ ਪੜ੍ਹਦੇ ਹਾਂ ਕਿ ਜਦੋਂ ਐਡਮ ਨੂੰ ਬਣਾਇਆ ਸੀਗਾ ਅਤੇ ਆਦਮ ਦੀ ਡੋਮੀਨੀਅਨ ਸੀਗੀ ਹਰ ਚੀਜ਼ ਦੇ ਉੱਪਰ। ਜਿਹੜਾ ਆਦਮ ਸੀਗਾ ਉਹਨੇ ਹਰ ਚੀਜ਼ ਦਾ ਨਾਮ ਰੱਖਿਆ, ਜੋ ਆਦਮ ਕਹਿ ਦਿੰਦਾ ਸੀਗਾ ਉਹੋ ਹੀ ਹੋ ਜਾਂਦਾ ਸੀਗਾ। ਹਾਲੇਲੂਇਆ। ਪਰ ਫਿਰ ਕੀ ਹੋਇਆ, ਇੱਕ ਟਾਈਮ ਆਇਆ ਜਦੋਂ ਆਦਮ ਨੇ ਪਾਪ ਕੀਤਾ ਅਤੇ ਆਪਣਾ ਜਿਹੜਾ ਅਖਤਿਆਰ ਸੀਗਾ, ਜਿਹੜੀ ਉਹਦੀ ਅਥੋਰਿਟੀ ਸੀਗੀ, ਉਹਦੀ ਡੋਮੀਨੀਅਨ ਸੀ, ਉਹਨੇ ਕਿਹਨੂੰ ਦੇ ਦਿੱਤੀ? ਸ਼ੈਤਾਨ ਨੂੰ ਦੇ ਦਿੱਤੀ। ਇੱਦਾਂ ਹੀ ਹੋਇਆ ਜਦੋਂ ਉਹਨੇ ਫਲ ਖਾ ਲਿਆ ਅਤੇ ਉਹਨੇ ਜਿਹੜੀ ਆਪਣੀ ਡੋਮੀਨੀਅਨ ਸੀਗੀ ਉਹ ਸ਼ੈਤਾਨ ਨੂੰ ਦੇ ਦਿੱਤੀ। ਪਰ ਗੁੱਡ ਨਿਊਜ਼ ਕੀ ਆ, ਉਹ ਡੋਮੀਨੀਅਨ ਪ੍ਰਭੂ ਯਿਸੂ ਨੇ ਕ੍ਰੋਸ 'ਤੇ ਜਾ ਕੇ ਫਿਰ ਦੁਬਾਰਾ ਉਹ ਜਿਹੜੀ ਡੋਮੀਨੀਅਨ ਐਡਮ ਨੇ ਲੋਸਟ ਕਰ ਦਿੱਤੀ ਸੀ, ਉਹ ਡੋਮੀਨੀਅਨ, ਉਹ ਇਖਤਿਆਰ ਲੈ ਕੇ ਦੁਬਾਰਾ ਆਦਮ ਨੂੰ, ਜਿਹੜੇ ਅਸੀਂ ਆ ਨਿਊ ਐਡਮ, ਸਾਨੂੰ ਵਾਪਸ ਉਹ ਅਧਿਕਾਰ ਦੇ ਦਿੱਤਾ। ਹਾਲੇਲੂਇਆ। ਗੁੱਡ ਨਿਊਜ਼ ਹੈ ਕਿ ਨਹੀਂ? ਜਿਹੜਾ ਇਖਤਿਆਰ ਆਦਮ ਨੇ ਗਵਾ ਦਿੱਤਾ ਸੀਗਾ ਉਹ ਸਾਨੂੰ ਦੁਬਾਰਾ ਮਿਲ ਗਿਆ ਇਖਤਿਆਰ ਹਰ ਚੀਜ਼ ਦੇ ਉੱਪਰ। ਬਾਈਬਲ ਦੇ ਵਿੱਚ ਆਪਾਂ ਪੜ੍ਹਿਆ ਨਾ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਸਿਰਫ ਐਸ ਕਰਕੇ ਬਣਾਇਆ ਕਿ ਇਨਸਾਨ ਹਰ ਚੀਜ਼ ਦੇ ਉੱਪਰ ਇਖਤਿਆਰ ਰੱਖੇ, ਅਥੋਰਿਟੀ ਰੱਖੇ, ਹਰ ਚੀਜ਼ ਦੇ ਉੱਪਰ ਜਿਹੜਾ ਇਨਸਾਨ ਆ, ਆਦਮ ਆ, ਉਹ ਰਾਜ ਕਰੇ। ਹਾਲੇਲੂਇਆ। ਇਹਦਾ ਪ੍ਰੂਫ ਤੁਸੀਂ ਦੇਖਣਾ ਹੋਵੇ, ਕਾਫੀ ਸਟੱਡੀ ਆ, ਜ਼ਿਆਦਾ ਆਪਾਂ ਵਰਸਿਸ ਨਹੀਂ ਕੋਟ ਕਰਾਂਗੇ, ਓਨਲੀ ਮੇਨ ਵਰਸਿਸ ਕੋਟ ਕਰਾਂਗੇ। ਜਦੋਂ ਡੇ ਆਫ ਪੈਂਟੀਕੋਸਟ ਆਇਆ, ਦੇਖਦੇ ਨਾ ਆਪਾਂ ਜਦੋਂ ਅਪਰ ਰੂਮ ਦੇ ਵਿੱਚ ਪ੍ਰੇਅਰ ਕਰ ਰਹੇ ਸੀਗੇ ਚੇਲੇ, ਅਤੇ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਉਤਰਿਆ, ਅਤੇ ਬਾਈਬਲ ਦੇ ਵਿੱਚ ਲਿਖਿਆ ਕਿ ਸਾਮਰਥ ਉਹਨਾਂ ਦੇ ਉੱਪਰ ਉਤਰੀ। ਹਾਲੇਲੂਇਆ। ਇਹ ਇੱਕ ਪ੍ਰੂਫ ਆ ਕਿ ਜਿਹੜੀ ਉਹ ਸਾਮਰਥ ਜਿਹੜੀ ਇਨਸਾਨ ਨੇ ਲੂਜ਼ ਕਰ ਦਿੱਤੀ ਸੀ, ਉਹ ਦੁਬਾਰਾ ਇਨਸਾਨ ਦੇ ਉੱਪਰ ਉਤਰਿਆ ਹੀ ਐਟ ਦ ਡੇ ਆਫ ਪੈਂਟੀਕੋਸਟ। ਹਾਲੇਲੂਇਆ। ਇੱਕ ਵਚਨ ਆਪਾਂ ਹੋਰ ਪੜ੍ਹਾਂਗੇ, ਬੁੱਕ ਆਫ ਰੋਮਨਸ, ਰੋਮੀਓ ਦੀ ਕਿਤਾਬ, ਉਹਦਾ 8 ਅਧਿਆਏ, ਉਹਦੀ 19 ਆਇਤ। ਇਹ ਮੈਂ ਪਿਛਲੇ ਵੀਕ ਵੀ ਪੜ੍ਹਿਆ ਸੀ ਆਪਾਂ ਇਹ। Romans chapter 8 verse 19. क्योंकि सृष्टि बड़ी आशा भरी दृष्टि से परमेश्वर के पुत्रों के प्रकट होने की बाट जो रही है। इंग्लिश में लिखा, for the creation waits with the eager longing for the revealing of the sons of God. Hallelujah. ਬਾਈਬਲ ਦੇ ਵਿੱਚ ਲਿਖਿਆ ਜਿਹੜੀ ਸ੍ਰਿਸ਼ਟੀ ਆ ਉਹ ਵੇਟ ਕਰ ਰਹੀ ਆ ਈਗਰਲੀ। ਜਿੱਦਾਂ ਆਪਾਂ ਕਿਸੇ ਦੀ ਵੇਟ ਕਰਦੇ ਆ ਨਾ, ਮੰਨ ਲਓ ਕਿਸੇ ਆਪਾਂ ਆਪਣੇ ਲਵਡ ਵਨ ਦੀ ਵੇਟ ਕਰਦੇ ਹਾਂ, ਆਪਾਂ ਕਹਿੰਦੇ ਕਿਹੜੀ ਉਹ ਆ ਜਾਵੇ, ਆਪਣੇ ਕੋਲ ਵੇਟ ਨਹੀਂ ਹੋ ਰਹੀ। ਇੱਦਾਂ ਸ੍ਰਿਸ਼ਟੀ ਵੇਟ ਕਰ ਰਹੀ ਆ ਕਾਹਦੇ ਲਈ? ਫॉर ਦ ਰਿਵੀਲਿੰਗ ਆਫ ਦ ਸਨਸ ਆਫ ਗੋਡ, ਤਾਂ ਕਿ ਪਰਮੇਸ਼ਵਰ ਦੇ ਜਿਹੜੇ ਪੁੱਤਰ ਆ ਉਹ ਸ੍ਰਿਸ਼ਟੀ ਦੇ ਅੱਗੇ ਰਿਵੀਲ ਕਰ ਦਿੱਤੇ ਜਾਣ, ਸ੍ਰਿਸ਼ਟੀ ਨੂੰ ਦੱਸ ਦਿੱਤਾ ਜਾਵੇ ਕਿ ਪਰਮੇਸ਼ਵਰ ਦੇ ਪੁੱਤਰ ਕੌਣ ਆ। ਆਪਾਂ ਜੈਨੇਸਿਸ ਦੇ ਵਿੱਚ ਕੀ ਪੜ੍ਹਿਆ ਸੀਗਾ ਕਿ ਇਨਸਾਨ ਨੂੰ ਪਰਮੇਸ਼ਵਰ ਨੇ ਕਾਹਦੇ ਲਈ ਬਣਾਇਆ? ਤਾਂ ਕਿ ਉਹ ਸ੍ਰਿਸ਼ਟੀ ਦੇ ਉੱਤੇ ਅਧਿਕਾਰ ਰੱਖ ਸਕੇ। ਅਤੇ ਹੁਣ ਕੀ ਆ ਬਾਈਬਲ ਦੇ ਵਿੱਚ ਲਿਖਿਆ, ਰੋਮਨਸ ਦੇ ਵਿੱਚ ਆਪਾਂ ਜਦੋਂ ਨਵੇਂ ਨਿਯਮ 'ਚ ਪੜ੍ਹਦੇ ਹਾਂ, ਸ੍ਰਿਸ਼ਟੀ ਵੇਟ ਕਰ ਰਹੀ ਆ। ਹਾਲੇਲੂਇਆ। ਇਹ ਕਿੱਡੀ ਗਹਿਰੀ ਗੱਲ ਆ ਕਿ ਸ੍ਰਿਸ਼ਟੀ ਜਿਹੜੀ ਹੈ, ਕ੍ਰੀਏਸ਼ਨ ਵੇਟ ਕਰ ਰਹੀ ਆ ਕਿ ਕਿਹੜੇ ਵੇਲੇ ਪਰਮੇਸ਼ਵਰ ਦੇ ਜਿਹੜੇ ਪੁੱਤਰ ਆ ਰਿਵੀਲ ਕਰ ਦਿੱਤੇ ਜਾਣ ਉਹਦੇ ਕ੍ਰੀਏਸ਼ਨ ਦੇ ਅੱਗੇ, ਤਾਂ ਕਿ
ਜਦੋਂ ਅੱਗੇ ਆਪਾਂ ਪੜ੍ਹਦੇ ਆਪਾਂ ਨੂੰ ਕਲੀਅਰ ਹੋ ਜਾਂਦਾ, ਤਾਂ ਕਿ ਉਹ ਜਿਹੜੇ ਪਰਮੇਸ਼ਵਰ ਦੇ ਪੁੱਤਰ ਆ ਉਹ ਉਹਦੇ ਉੱਪਰ ਆਪਣਾ ਅਖਤਿਆਰ ਕਰ ਲੈਣ। ਕਿਉਂਕਿ ਸ੍ਰਿਸ਼ਟੀ ਨੂੰ ਪਤਾ ਆ ਕਿ ਜਦੋਂ ਐਡਮ ਦਾ ਇਖਤਿਆਰ ਸੀਗਾ ਸ੍ਰਿਸ਼ਟੀ ਦੇ ਉੱਤੇ, ਤੇ ਸ੍ਰਿਸ਼ਟੀ ਕਿੱਦਾਂ ਦੀ ਸੀਗੀ? ਪਰਫੈਕਟ ਸੀਗੀ, ਕੋਈ ਪਾਪ ਨਹੀਂ ਸੀ, ਕੋਈ ਬਿਮਾਰੀ ਨਹੀਂ ਸੀ, ਕੋਈ ਮਾਰ ਨਹੀਂ ਸੀ, ਕੋਈ ਲੜਾਈ ਨਹੀਂ ਸੀ, ਕੋਈ ਝਗੜਾ ਨਹੀਂ ਸੀ, ਕੋਈ ਵੋਰ ਨਹੀਂ ਸੀ, ਕੁਛ ਵੀ ਨਹੀਂ ਸੀਗਾ, ਸਾਰਾ ਕੁਛ ਪਰਫੈਕਟ ਸੀਗਾ। ਤਾਂ ਕਰਕੇ ਜਿਹੜੀ ਸ੍ਰਿਸ਼ਟੀ ਆ ਉਹ ਵੇਟ ਕਰ ਰਹੀ ਆ ਕਿ ਪਰਮੇਸ਼ਵਰ ਦੇ ਜਿਹੜੇ ਪੁੱਤਰ ਆ ਉਹ ਸ੍ਰਿਸ਼ਟੀ ਦੇ ਅੱਗੇ ਰਿਵੀਲ ਕਰ ਦਿੱਤੇ ਜਾਣ, ਤਾਂ ਕਿ ਜਿਹੜੀ ਸ੍ਰਿਸ਼ਟੀ ਆ ਉਹ ਫਿਰ ਤੋਂ ਦੁਬਾਰਾ ਪਰਫੈਕਟ ਹੋ ਜਾਵੇ। ਹਾਲੇਲੂਇਆ। ਹੁਣ ਕੁਐਸਚਨ ਹੁੰਦਾ ਕਿ ਪਰਮੇਸ਼ਵਰ ਦੇ ਪੁੱਤਰ ਕੌਣ ਆ? ਹੂ ਆਰ ਦ ਸਨਸ ਆਫ ਗੋਡ? ਇੱਥੇ ਲਿਖਿਆ ਕਿ ਸ੍ਰਿਸ਼ਟੀ ਵੇਟ ਕਰ ਰਹੀ ਹੈ ਕਿ ਪਰਮੇਸ਼ਵਰ ਦੇ ਪੁੱਤਰ ਉਹਦੇ ਅੱਗੇ ਰਿਵੀਲ ਕਰ ਦਿੱਤੇ ਜਾਣ, ਪਰ ਪਰਮੇਸ਼ਵਰ ਦੇ ਪੁੱਤਰ ਹੈ ਕੌਣ ਆ? ਹਾਲੇਲੂਇਆ। ਇਹਦੇ ਲਈ ਅਸੀਂ ਇੱਕ ਚੈਪਟਰ ਪੜ੍ਹਾਂਗੇ, ਗਲੇਸ਼ੀਅਨਸ, ਬੁੱਕ ਆਫ ਗਲੇਸ਼ੀਅਨਸ ਚੈਪਟਰ 4। ਬੁੱਕ ਆਫ ਗਲੇਸ਼ੀਅਨਸ, ਮੈਂ ਤੁਹਾਨੂੰ ਇੱਕ ਚੀਜ਼ ਤੁਹਾਨੂੰ ਪ੍ਰੂਵ ਕਰਕੇ ਦੱਸੂਗਾ ਕਿ ਤੁਹਾਡੇ ਮਾਈਂਡ ਦੇ ਵਿੱਚ ਕੋਈ ਡਾਊਟ ਨਾ ਰਹਿ ਜਾਵੇ ਕਿ ਵਾਕਈ, ਕਿਉਂਕਿ ਜੋ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਹੋ ਸਕਦਾ ਤੁਸੀਂ ਪਹਿਲਾਂ ਨਾ ਕਦੀ ਸੁਣਿਆ ਹੋਵੇ। ਇਹ ਬਹੁਤ ਡੀਪ ਸਟੱਡੀ ਆ। ਵੈਸੇ ਨੋਰਮਲੀ ਇਹ ਪਾਸਟਰਸ ਲਈ ਸਟੱਡੀ ਹੁੰਦੀ ਆ, ਪਰ ਇਹ ਚਰਚ ਜਿਹੜੀ ਆ ਇਹਦਾ ਇੱਕ ਜਨ ਪਾਸਟਰਾਂ ਵਾਲਾ ਕੰਮ ਕਰਨ ਵਾਲਾ ਆ। ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬੰਦਾ ਇਵੈਂਜਲਿਸਟ, ਪ੍ਰੋਫਿਟ, ਬਹੁਤ ਵੱਡੇ ਬੰਦੇ ਇਸ ਚਰਚ ਦੇ ਵਿੱਚੋਂ ਨਿਕਲਣ ਵਾਲੇ ਆਉਣ ਵਾਲੇ ਟਾਈਮ ਦੇ ਵਿੱਚ। ਤਾਂ ਕਰਕੇ ਤੁਹਾਡੀ ਜਿਹੜੀ ਤਿਆਰੀ ਆ ਉਹ ਇੱਕ ਪਾਸਟਰ ਤੋਂ ਵੀ ਵੱਧ ਕੇ ਇੱਕ ਅਪੋਸਲ ਵਾਲੀ ਹੋਣੀ ਚਾਹੀਦੀ ਆ, ਇੱਕ ਇਵੈਂਜਲਿਸਟ ਵਾਲੀ ਤੁਹਾਡੀ ਤਿਆਰੀ ਹੋਣੀ ਚਾਹੀਦੀ ਆ। ਹਾਲੇਲੂਇਆ। ਬੁੱਕ ਆਫ ਗਲੇਸ਼ੀਅਨਸ ਚੈਪਟਰ 4 verse 1 to 7। ਗਲੇਸ਼ੀਅਨਸ, ਗਲਾਤੀਆਂ ਦੀ ਕਿਤਾਬ, ਉਹਦਾ 4 ਅਧਿਆਏ, ਉਹਦੀ 1 ਤੋਂ ਲੈ ਕੇ 7 ਆयत तक। मैं ये कहता हूँ कि वारिस जब तक बालक है, यद्यपि सब वस्तुओं का स्वामी है, तो भी उसमें और दास में कोई भेद नहीं, परंतु पिता के ठहराए हुए समय तक संरक्षकों और प्रबंधकों के वश में रहता है। वैसे ही हम भी जब बालक थे तो संसार की आदि शिक्षा के वश में होकर दास बने हुए थे, परंतु जब समय पूरा हुआ तो परमेश्वर ने अपने पुत्र को भेजा, जो स्त्री से जन्मा और व्यवस्था के अधीन उत्पन्न हुआ, ताकि व्यवस्था के अधीनों को मोल लेकर छुड़ा ले और हमको लोपालक होता अडॉप्शन, लोपालक होने का पद मिले। और तुम जो पुत्र हो, इसलिए परमेश्वर ने अपने पुत्र के आत्मा को, जो हे अब्बा, हे पिता कहकर पुकारता है, हमारे हृदयों में भेजा है। इसलिए तू अब दास नहीं परंतु पुत्र है। हालेलुया। और जब पुत्र हुआ तो परमेश्वर के द्वारा वारिस भी हुआ। हालेलुया। मैं पिछले वीक का अगर तुसी सरमन नहीं सुनिया, तुसी यूट्यूब ਤੇ ਜਾ ਕੇ ਸੁਣ ਸਕਦੇ ਹੋ। ਉਹਦੇ ਵਿੱਚ ਮੈਂ ਕਲੀਅਰ ਕੀਤਾ ਸੀਗਾ। ਇਹਦੇ ਵਿੱਚ ਜਿੱਦਾਂ ਸ਼ੁਰੂ ਦੇ ਵਿੱਚ ਆਪਾਂ ਪੜ੍ਹਿਆ ਕਿ ਉਹ ਕਹਿੰਦਾ ਕਿ ਤੁਸੀਂ ਪਹਿਲਾਂ ਅਸੀਂ ਬਾਲਕ ਸੀਗੇ, ਬੱਚੇ ਸੀਗੇ। ਜਦੋਂ ਇੱਕ ਕ੍ਰਿਸਚਨ, ਇੱਕ ਬੱਚਾ ਹੁੰਦਾ ਆ, ਉਹ ਇੱਕ ਦਾਸ ਦੇ ਵਾਂਗੂ ਹੁੰਦਾ ਆ। ਜਿੱਦਾਂ ਇੱਕ ਦਾਸ ਹੁੰਦਾ ਨਾ, ਦਾਸ ਤੇ ਬੱਚੇ ਦੇ ਵਿੱਚ ਫਰਕ ਨਹੀਂ ਹੁੰਦਾ, ਕਿਉਂਕਿ ਜਿਹੜਾ ਉਸ ਘਰ ਦਾ ਸਵਾਮੀ ਆ, ਜਿਹੜਾ ਹੈਡ ਆ, ਉਹ ਵੱਡੀਆਂ ਚੀਜ਼ਾਂ ਇੱਕ ਤਾਂ ਦਾਸ ਦੇ ਹੱਥ ਦੇ ਵਿੱਚ ਦਿੰਦਾ, ਤੇ ਜਾਂ ਜਿਹੜਾ ਇੱਕ ਮਾਈਨਰ ਬੱਚਾ ਉਹਦੇ ਹੱਥ, ਉਹਨੂੰ ਆਪਾਂ ਕਾਰ ਦੀ ਚਾਬੀ ਤਾਂ ਨਹੀਂ ਦੇ ਦਿੰਦੇ, ਜਾਂ ਘਰ ਦੇ ਵਿੱਚ ਆਪਾਂ ਤਿਜੋਰੀ ਰੱਖੀ ਹੋਵੇ ਉਹਦੀ ਚਾਬੀ ਤਾਂ ਨਹੀਂ ਦੇ ਦਿੰਦੇ, ਬੈਂਕ ਦਾ ਕਾਰਡ ਤਾਂ ਨਹੀਂ ਆਪਾਂ ਦੇ ਦਿੰਦੇ ਬੱਚੇ ਨੂੰ। ਪਰ ਜਦੋਂ ਬੱਚਾ ਬਾਲਗ ਹੋ ਜਾਂਦਾ ਆਪਾਂ ਉਹਨੂੰ ਸਭ ਕੁਝ ਦੇ ਦਿੰਦੇ। ਪਰ ਉਹ ਪਿਛਲੇ ਵੀਕ ਦਾ ਸਰਮਨ ਆ, ਤੁਸੀਂ ਉਹਨੂੰ ਸੁਣ ਸਕਦੇ ਹੋ, YouTube ਤੇ ਹੈ ਉਹ। ਪਰ ਇਹਦੇ ਵਿੱਚ ਮੇਨ ਜਿਹੜੀ ਗੱਲ ਨੋਟਿਸ ਕਰਨ ਵਾਲੀ, ਇਸ ਲਈ ਤੂੰ ਅਬ ਦਾਸ ਨਹੀਂ ਪਰੰਤੂ ਪੁੱਤਰ ਹੈ। ਬਾਈਬਲ ਦੇ ਵਿੱਚ ਲਿਖਿਆ ਕਿ ਤੂੰ ਅਬ ਦਾਸ ਨਹੀਂ ਬਲਕਿ ਪੁੱਤਰ ਹੈ। ਕਿਹਨੂੰ ਕਹਿ ਰਿਹਾ? ਕ੍ਰਿਸਚੀਅਨਸ ਨੂੰ, ਸਾਨੂੰ ਕਹਿ ਰਿਹਾ ਕਿ ਤੂੰ ਅਬ ਪੁੱਤਰ ਹੈ, ਪਰਮੇਸ਼ਵਰ ਦਾ ਪੁੱਤਰ ਆ। ਕਾਹਦੇ ਦੁਆਰਾ? ਥਰੂ ਅਡੋਪਸ਼ਨ। ਜਿਹੜੀ ਪ੍ਰਭੂ ਯਿਸੂ ਦੀ ਆਤਮਾ ਸਾਡੇ ਅੰਦਰ, ਸਾਡੇ ਹਿਰਦਿਆਂ ਦੇ ਵਿੱਚ ਉਹਨਾਂ ਨੇ ਕਿਹਾ, ਬਾਈਬਲ ਦੇ ਵਿੱਚ ਲਿਖਿਆ, ਭੇਜੀ ਆ, ਜਿਹੜੀ ਕਿ ਸਾਡੇ ਅੰਦਰੋਂ ਬੋਲਦੀ ਆ, ਹੇ ਅੱਬਾ, ਹੇ ਅੱਬਾ। ਅਡੋਪਸ਼ਨ ਦੇ ਦੁਆਰਾ ਜਿੱਦਾਂ ਇੱਕ ਬੱਚੇ ਨੂੰ ਅਡੋਪਟ ਕੀਤਾ ਜਾਂਦਾ, ਉਸ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਅਡੋਪਟ ਕਰਕੇ ਆਪਣੇ ਪੁੱਤਰ ਹੋਣ ਦਾ ਅਧਿਕਾਰ ਦਿੱਤਾ। ਤੇ ਬਾਈਬਲ ਦੇ ਵਿੱਚ ਲਿਖਿਆ, ਅਗਰ ਤੂੰ ਪੁੱਤਰ ਹੈ ਤੋ ਵਾਰਿਸ ਵੀ ਹੈ।
ਹਾਲੇਲੂਇਆ। ਇਹ ਬਹੁਤ ਵੱਡੀ ਗੱਲ ਆ ਅਗਰ ਤੁਸੀਂ ਇਹਨੂੰ ਸਮਝ ਜਾਓ ਕਿ ਤੁਸੀਂ ਪੁੱਤਰ ਵੀ ਹੋ ਅਤੇ ਵਾਰਿਸ ਵੀ ਹੋ। ਸ੍ਰਿਸ਼ਟੀ ਕੀ ਵੇਟ ਕਰ ਰਹੀ ਆ ਕਿ ਜਿਹੜੇ ਪਰਮੇਸ਼ਵਰ ਦੇ ਪੁੱਤਰ ਆ ਉਹਨਾਂ ਨੂੰ ਰਿਵੀਲ ਕਰ ਦਿੱਤਾ ਜਾਵੇ। ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਦੇ ਪੁੱਤਰ ਕੌਣ ਆ? ਮੈਚਿਓਰ ਸਨਸ, ਮੈਚਿਓਰ ਬੇਬੀ ਕ੍ਰਿਸਚਨਸ ਨਹੀਂ। ਇਹ ਵੀ ਜੇ ਤੁਸੀਂ ਪਹਿਲੀ ਵਰਸ ਤੋਂ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਕਿ ਜਦ ਹਮ ਬਾਲਕ ਥੇ ਉਦੋਂ ਅਸੀਂ ਕੀ ਸੀ? ਇੱਕ ਦਾਸ ਵਰਗੇ ਸੀਗੇ। ਪਰ ਜਦੋਂ ਅਸੀਂ ਮੈਚਿਓਰ ਹੋ ਗਏ ਹਾਂ ਪਰਮੇਸ਼ਵਰ ਦੇ ਵਿੱਚ ਫਿਰ ਅਸੀਂ ਕੀ? ਉਦੋਂ ਅਡੋਪਟ ਹੋਏ ਆ। ਬੇਬੀ ਕ੍ਰਿਸਚਨਸ ਨਹੀਂ, ਮੈਚਿਓਰ ਸਨਸ ਜਿਹੜੇ ਆ ਉਹਨਾਂ ਨੂੰ ਅਡੋਪਸ਼ਨ ਦੇ ਥਰੂ ਪਰਮੇਸ਼ਵਰ ਨੇ ਆਪਣੇ ਪੁੱਤਰ ਬਣਾ ਕੇ ਰਿਵੀਲ ਕਰ ਦਿੱਤਾ ਸ੍ਰਿਸ਼ਟੀ ਦੇ ਥਰੂ। ਮੈਂ ਲਾਸਟ ਵੀਕ ਵੀ ਦੱਸਿਆ ਸੀ। ਤਾਂ ਕਰਕੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਇੱਕ ਬਹੁਤ ਵੱਡਾ ਗੈਪ ਆ। ਪਰਮੇਸ਼ਵਰ ਦੇ ਕੁਛ ਦਾਸ ਇੱਦਾਂ ਦੇ ਆ ਐਵਰੀਡੇ ਮਿਰੇਕਲਸ ਹੋ ਰਹੇ ਆ, ਵੀਲ ਚੇਅਰਸ ਤੋਂ ਲੋਕ ਉੱਠ ਰਹੇ ਆ, ਕੈਂਸਰ ਠੀਕ ਹੋ ਰਹੇ ਆ, ਜਿਨ੍ਹਾਂ ਦੇ ਬੱਚੇ ਨਹੀਂ 9-9 10-10 ਸਾਲ ਤੋਂ ਬੱਚੇ ਨਹੀਂ ਉਹ ਪ੍ਰੈਗਨੈਂਟ ਹੋ ਕੇ ਬੱਚੇ ਹੋ ਰਹੇ ਆ। ਪਰ ਕੁਛ ਪਰਮੇਸ਼ਵਰ ਦੇ ਦਾਸ ਇੱਦਾਂ ਦੇ ਆ ਉਹਨਾਂ ਦੇ ਥਰੂ ਕੁਛ ਵੀ ਕੰਮ ਨਹੀਂ ਹੋ ਰਿਹਾ। ਜਾਂ ਕੁਛ ਕ੍ਰਿਸਚਨਸ ਇੱਦਾਂ ਦੇ ਆ ਕੋਈ ਮਿਰੇਕਲ ਨਹੀਂ, ਕੁਛ ਵੀ ਨਹੀਂ। ਇਹ ਫਰਕ ਆ ਇੱਕ ਬੇਬੀ ਕ੍ਰਿਸਚਨ ਦੇ ਵਿੱਚ ਤੇ ਇੱਕ ਮੈਚਿਓਰ ਸਨ ਦੇ ਵਿੱਚ। ਹਾਲੇਲੂਇਆ। ਤਾਂ ਕਰਕੇ ਸਾਡੀ ਜਿਹੜੀ ਟਰਾਈ ਆ ਉਹ ਇਹ ਹੋਣੀ ਚਾਹੀਦੀ ਆ ਕਿ ਜੇ ਅਸੀਂ ਹਾਲੇ ਤੱਕ ਵੀ ਬੇਬੀ ਕ੍ਰਿਸਚਨਸ ਆ ਸਾਨੂੰ ਉਹਦੇ ਉੱਪਰੋਂ ਗਰੋ ਕਰਕੇ ਮੈਚਿਓਰ ਸਨਸ ਬਣਨਾ ਚਾਹੀਦਾ। ਮੈਂ ਲਾਸਟ ਵੀਕ ਸਾਰੇ ਡਿਟੇਲ ਦੇ ਵਿੱਚ ਦੱਸਿਆ ਸੀਗਾ ਕਿ ਕਿੱਦਾਂ ਇੱਕ ਮਿਲਕ ਫੈਡ ਕ੍ਰਿਸਚਨ ਹੁੰਦਾ ਆ ਅਤੇ ਦੂਸਰਾ ਉਹਨਾਂ ਨੇ ਕੀ ਦੱਸਿਆ? ਮੀਟ ਈਟਰ, ਜਿਹੜਾ ਇੱਕ ਸੋਲਿਡ ਫੂਡ ਖਾਣ ਵਾਲਾ ਕ੍ਰਿਸਚਨ ਆ। ਪੌਲ ਨੇ ਦੱਸਿਆ ਸੀ ਕਿ 5 ਸਾਲ ਦਾ ਟਾਈਮ ਮੈਕਸੀਮਮ ਆ। ਜੇ ਤੁਸੀਂ 5 ਸਾਲ ਤੋਂ ਵੱਧ ਤੁਹਾਨੂੰ ਟਾਈਮ ਹੋ ਗਿਆ ਪਰਮੇਸ਼ਵਰ ਦੇ ਵਿੱਚ ਆਇਆ ਨੂੰ, ਤੁਹਾਨੂੰ ਮੈਚਿਓਰ ਹੋ ਜਾਣਾ ਚਾਹੀਦਾ। ਤੁਹਾਨੂੰ ਸਿਖਾਉਣ ਵਾਲੇ ਹੋਣਾ ਚਾਹੀਦਾ ਕਿ ਤੁਸੀਂ ਦੂਜਿਆਂ ਨੂੰ ਸਿਖਾ ਸਕੋ। ਹਾਲੇਲੂਇਆ। ਪਰ ਉਹਦੇ ਵਿੱਚ ਨਹੀਂ ਆਪਾਂ ਜਾਵਾਂਗੇ ਬਹੁਤਾ। ਹੁਣ ਬਾਈਬਲ ਦੇ ਵਿੱਚ ਲਿਖਿਆ ਗਲੇਸ਼ੀਅਸ ਦੇ ਵਿੱਚ ਆਪਾਂ ਪੜ੍ਹਿਆ ਕਿ ਜੇ ਅਗਰ ਤੁਸੀਂ ਪੁੱਤਰ ਹੋ ਤਾਂ ਤੁਸੀਂ ਕੀ ਆ? ਵਾਰਿਸ ਵੀ ਹੋ। ਵਾਰਿਸ ਦਾ ਮਤਲਬ ਕਿ ਜੇ ਜੀਸਸ ਕਿੰਗ ਆ ਤਾਂ ਅਸੀਂ ਕੀ ਆ? ਜੇ ਕਿ ਕਿੰਗ ਦੇ ਬੱਚੇ ਕੀ ਹੁੰਦੇ ਆ? ਪ੍ਰਿੰਸ ਐਂਡ ਪ੍ਰਿੰਸੈਸ। ਇੱਦਾਂ ਹੀ ਹੁੰਦਾ। ਆਪਾਂ ਕੌਣ ਆ ਫਿਰ? ਪ੍ਰਿੰਸ ਐਂਡ ਪ੍ਰਿੰਸੈਸ, ਰਾਜਕੁਮਾਰ ਤੇ ਰਾਜਕੁਮਾਰੀਆਂ। ਹਾਲੇਲੂਇਆ। ਮੈਂ ਤੁਹਾਨੂੰ ਬਾਈਬਲ ਦੇ ਬਾਹਰੋਂ ਨਹੀਂ ਕੁਛ ਦੱਸ ਰਿਹਾ, ਇਹ ਬਾਈਬਲ ਦੇ ਵਿੱਚ ਆ। ਇਹ ਸਟੱਡੀ ਇਹ ਬੇਸਿਕ ਆ, ਕ੍ਰਿਸਚੈਨਿਟੀ ਦੇ ਬੇਸ ਆ। ਇਹ ਫਾਊਂਡੇਸ਼ਨ ਆ। ਇਹ ਹਰ ਕ੍ਰਿਸਚਨ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਇੱਕ ਫੇਲੀਅਰ ਜਿਹੜਾ ਇੱਕ ਕ੍ਰਿਸਚਨ ਫੇਲ ਹੋ ਚੁੱਕਾ, ਉਹ ਆਪਣੇ ਬਿਜ਼ਨਸ ਦੇ ਵਿੱਚ ਵੀ ਫੇਲ ਆ, ਮੈਰਿਡ ਲਾਈਫ ਦੇ ਵਿੱਚ ਵੀ ਫੇਲ ਆ, ਬੱਚਿਆਂ ਦੇ ਵਿੱਚ ਵੀ ਫੇਲ ਆ, ਫਾਈਨੈਂਸਿਸ ਦੇ ਵਿੱਚ ਵੀ ਫੇਲ ਆ। ਸਿਰਫ ਇੱਕ ਕ੍ਰਿਸਚਨ ਕੀ ਆ? ਉਹ ਹਰ ਚੀਜ਼ ਦੇ ਵਿੱਚ ਬਲੈਸਡ ਆ। ਫਰਕ ਕਿੱਥੇ ਆ? ਇੱਕ ਜਿਹੜਾ ਮੈਚਿਓਰ ਕ੍ਰਿਸਚਨ ਆ ਉਹਨੂੰ ਪਤਾ ਆ ਕਿ ਉਹ ਕੌਣ ਆ, ਉਹਨੂੰ ਆਪਣੀ ਆਈਡੈਂਟੀਟੀ ਪਤਾ ਹੈ ਕਿ ਮੈਂ ਪਰਮੇਸ਼ਵਰ ਦਾ ਪੁੱਤਰ ਹਾਂ, ਮੇਰਾ ਸ੍ਰਿਸ਼ਟੀ 'ਤੇ ਅਧਿਕਾਰ ਆ ਅਤੇ ਮੈਂ ਹਰ ਚੀਜ਼ ਦਾ ਵਾਰਿਸ ਹਾਂ। ਅਤੇ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਂ ਵਾਰਿਸ ਹਾਂ ਤਾਂ ਫਿਰ ਤੁਸੀਂ ਉਹ ਚੀਜ਼ਾਂ ਕਲੇਮ ਕਰਦੇ ਹੋ, ਅਤੇ ਜਦੋਂ ਕਲੇਮ ਕਰਦੇ ਹੋ ਤਾਂ ਉਹ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਬਣਨੀਆਂ ਸਟਾਰਟ ਹੋ ਜਾਂਦੀਆਂ। ਜਿੱਦਾਂ ਕਿ ਪਰਮੇਸ਼ਵਰ ਨੇ ਸ੍ਰਿਸ਼ਟੀ ਨੂੰ ਕਿੱਦਾਂ ਬਣਾਇਆ ਸੀਗਾ? ਵਰਡ ਦੇ ਦੁਆਰਾ। ਵਰਡ ਦੇ ਦੁਆਰਾ ਬਣਾਇਆ ਸੀਗਾ ਨਾ। ਇਹਦਾ ਮਤਲਬ ਕਿ ਵਰਡ ਦੇ ਵਿੱਚ ਪਾਵਰ ਆ। ਵਰਡ ਦੇ ਵਿੱਚ ਇੰਨੀ ਪਾਵਰ ਆ ਕਿ ਜਦੋਂ ਤੁਸੀਂ ਵਰਡ ਕਹਿੰਦੇ ਜਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਉਹ ਕੀ ਕ੍ਰੀਏਟ ਹੋਣੀਆਂ ਸਟਾਰਟ ਹੋ ਜਾਂਦੀਆਂ। ਇੱਦਾਂ ਹੀ ਆ, ਉਹ ਚੀਜ਼ਾਂ ਕ੍ਰੀਏਟ ਹੋਣੀਆਂ ਸਟਾਰਟ ਕਰ ਦਿੰਦੀਆਂ। ਬੁੱਕ ਆਫ ਜੈਨੇਸਿਸ ਦੇ ਵਿੱਚ ਆਪਾਂ ਪੜ੍ਹਿਆ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਕਿੱਦਾਂ ਬਣਾਇਆ? ਆਪਣੀ ਲਾਈਕਨੈਸ 'ਤੇ। ਇੱਦਾਂ ਹੀ ਕਿਹਾ ਕਿ ਜਿਹੜਾ ਇਨਸਾਨ ਆ ਉਹਨੂੰ ਆਪਣੇ ਸਵਰੂਪ 'ਤੇ ਬਣਾਈਏ। ਅਤੇ ਜੇ ਪਰਮੇਸ਼ਵਰ ਨੇ ਸਾਨੂੰ ਆਪਣੇ ਸਵਰੂਪ 'ਤੇ ਬਣਾਇਆ ਅਤੇ ਸਾਡਾ ਵਰਡ ਵੀ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਮੈਚਿਓਰ ਹੋ ਜਾਂਦੇ ਹਾਂ ਅਤੇ ਸਾਡੇ ਵਰਡ ਵੀ ਪਰਮੇਸ਼ਵਰ ਦੇ ਵਰਡ ਵਾਂਗੂ ਪਾਵਰਫੁਲ ਹੋ ਜਾਂਦੇ। ਜਿੱਦਾਂ ਪਰਮੇਸ਼ਵਰ ਦੇ ਕਹਿਣ ਨਾਲ ਧਰਤੀ 'ਤੇ ਆਕਾਸ਼ ਬਣ ਗਿਆ ਅਤੇ ਸਾਡੇ ਵਰਡ ਡਿਕਲੇਅਰ ਕਰਨ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਨਹੀਂ ਆ ਉਹ ਬਣਨੀਆਂ ਸਟਾਰਟ ਹੋ ਜਾਂਦੀਆਂ। ਹਾਲੇਲੂਇਆ। ਇਹ ਫਰਕ ਆ ਇੱਕ ਬੇਬੀ ਕ੍ਰਿਸਚਨ ਦੇ ਵਿੱਚ ਅਤੇ ਇੱਕ ਮੈਚਿਓਰ ਕ੍ਰਿਸਚਨ ਦੇ ਵਿੱਚ। ਹਾਲੇਲੂਇਆ। ਇੱਕ ਗੱਲ ਜਿਹੜਾ ਸ਼ੈਤਾਨ ਨੇ
ਸਾਨੂੰ ਬਹੁਤ ਦੇਰ ਤੋਂ ਭੁਲੇਖੇ ਵਿੱਚ ਰੱਖਿਆ। ਮੈਨੂੰ ਲੱਗਦਾ ਸ਼ਾਇਦ 90% ਕ੍ਰਿਸਚੀਅਨਸ ਨੂੰ ਧੋਖੇ ਦੇ ਵਿੱਚ ਰੱਖਿਆ ਹੋਇਆ ਆ। ਮੋਰ ਦੈਨ 90% ਕ੍ਰਿਸਚੀਅਨ ਹੋਣਗੇ ਜਿਨ੍ਹਾਂ ਨੂੰ ਸ਼ੈਤਾਨ ਨੇ ਧੋਖੇ ਦੇ ਵਿੱਚ ਰੱਖਿਆ। ਇੱਕ ਬਹੁਤ ਵੱਡੀ ਮਿੱਥ ਆ ਜਿਹਨੂੰ ਅਸੀਂ ਮੰਨਦੇ ਆਏ ਆ, ਪਰ ਉਹ ਮਿੱਥ ਅੱਜ ਆਪਾਂ ਤੋੜ ਦੇਣੀ ਆ। ਸ਼ਾਇਦ ਤੁਸੀਂ ਪਹਿਲਾਂ ਕੁਝ ਲਰਨ ਕੀਤਾ ਹੋਵੇ, ਅੱਜ ਉਹ ਅਨਲਰਨ ਕਰ ਦਿਓ ਜੋ ਤੁਸੀਂ ਪਹਿਲਾਂ ਲਰਨ ਕੀਤਾ। ਮਿੱਥ ਕੀ ਆ? ਇੱਕ ਜਿਹੜਾ ਸਾਨੂੰ ਭਰਮ ਪਾਇਆ ਹੋਇਆ ਕਿ ਜਿਹੜੀ ਕ੍ਰਿਸਚੀਅਨਿਟੀ ਆ ਉਹ ਇੱਕ ਧਰਮ ਆ। ਕੀ ਕ੍ਰਿਸਚੀਅਨਿਟੀ ਇੱਕ ਧਰਮ ਆ? ਕ੍ਰਿਸਚੀਅਨਿਟੀ ਧਰਮ ਨਹੀਂ ਆ। ਅਗਰ ਤੁਹਾਨੂੰ ਕੋਈ ਕਹਿੰਦਾ ਕਿ ਮਸੀਹੀਅਤ ਧਰਮ ਆ ਤਾਂ ਮਸੀਹੀਅਤ ਧਰਮ ਨਹੀਂ ਆ। ਆਪਣੇ ਦਿਮਾਗ ਦੇ ਵਿੱਚੋਂ ਅੱਜ ਕਲੀਅਰ ਕਰ ਦਿਓ, ਕ੍ਰਿਸਚੀਅਨਿਟੀ ਧਰਮ ਨਹੀਂ ਆ। ਤੇ ਜੇ ਕ੍ਰਿਸਚੀਅਨਿਟੀ ਧਰਮ ਨਹੀਂ ਆ ਫਿਰ ਕ੍ਰਿਸਚੀਅਨਿਟੀ ਕੀ ਆ? ਹਾਂਜੀ, ਰਿਲੇਸ਼ਨਸ਼ਿਪ ਉਹਦਾ ਐਸਪੈਕਟ ਆ ਕਿ ਜਿਹੜੀ ਕ੍ਰਿਸਚੀਅਨਿਟੀ ਹੈ ਰਿਲੇਸ਼ਨਸ਼ਿਪ ਆ। ਪਰ ਜੇ ਸਹੀ ਤਰੀਕੇ ਨਾਲ ਅਸੀਂ ਜਾਣਨਾ ਹੋਵੇ ਕ੍ਰਿਸਚੀਅਨਿਟੀ ਕੀ ਆ, ਅਸੀਂ ਜਿਹੜੇ ਜੀਸਸ ਨੇ ਆਪਣੇ ਮੂੰਹੋਂ ਵਰਡ ਕਹੇ ਆ ਉਹ ਤੋਂ ਆਪਾਂ ਕਲੀਅਰਲੀ ਅੰਦਾਜ਼ਾ ਲਾ ਸਕਦੇ ਹਾਂ। ਅੰਦਾਜ਼ਾ ਕਿ ਅਸੀਂ ਕਲੀਅਰ ਹੋ ਸਕਦੇ, 100% ਕਲੀਅਰ ਹੋ ਸਕਦੇ ਕਿ ਕ੍ਰਿਸਚੀਅਨਿਟੀ ਹੈ ਕੀ ਹੈ। ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿੰਨੀ ਦੇਰ ਜੀਸਸ ਧਰਤੀ 'ਤੇ ਰਿਹਾ ਉਹਨਾਂ ਨੇ ਕਦੀ ਕਿਹਾ ਕਿ ਕ੍ਰਿਸਚੀਅਨਿਟੀ ਧਰਮ ਆ ਆਪਣੇ ਮੂੰਹ ਤੋਂ? ਨਹੀਂ। ਹੁਣ ਹੋ ਸਕਦਾ ਕਿ ਕੋਈ ਬਾਈਬਲ ਸਕੋਲਰ ਕਹੇ ਕਿ ਪ੍ਰਭੂ ਨੇ ਕਿਹਾ ਕਿ ਮੇਰੇ ਧਰਮ ਤੇ ਰਾਜ ਦੀ ਖੋਜ ਕਰੋ ਤੇ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ। ਹੋ ਸਕਦਾ ਸ਼ਾਇਦ ਉਹ ਧਰਮ ਨੂੰ ਉਸ ਯੂਜ਼ ਕਰ ਸਕਦੇ ਵੀ ਸ਼ਾਇਦ। ਪਰ ਜਦੋਂ ਤੁਸੀਂ ਉਹ ਰੀਅਲ ਵਰਡ ਪੜ੍ਹਦੇ ਆ, ਜਿਹੜਾ ਰੀਅਲ ਵਰਡ ਯੂਜ਼ ਕੀਤਾ ਗਿਆ ਉਹ ਧਰਮ ਨਹੀਂ ਆ, ਉਹਦੀ ਬੈਡ ਟਰਾਂਸਲੇਸ਼ਨ ਆ ਧਰਮ। ਜਿਹੜੀ ਸਹੀ ਟਰਾਂਸਲੇਸ਼ਨ ਆ ਉਹਦੀ ਰਾਈਚਸਨੈਸ ਆ। ਜੇ ਤੁਸੀਂ ਇੰਗਲਿਸ਼ ਦੇ ਵਿੱਚ ਵੀ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਰਾਈਚਸਨੈਸ, ਧਰਮ ਨੀਗਾ। ਕ੍ਰਿਸਚੀਅਨਿਟੀ ਧਰਮ ਨਹੀਂ ਆ। ਕ੍ਰਿਸਚੀਅਨਿਟੀ ਕੀ ਆ ਫਿਰ? ਕ੍ਰਿਸਚੀਅਨਿਟੀ ਇਜ਼ ਅ ਕਿੰਗਡਮ। ਕ੍ਰਿਸਚੀਅਨਿਟੀ ਕੀ ਆ? ਇੱਕ ਕਿੰਗਡਮ ਆ। ਕ੍ਰਿਸਚੀਅਨਿਟੀ ਰਾਜ ਆ। ਜੀਸਸ ਜਿੱਥੇ ਜਿੱਥੇ ਵੀ ਗਏ ਉਹਨਾਂ ਨੇ ਕੀ ਕਿੰਗਡਮ ਵਰਡ ਯੂਜ਼ ਕੀਤਾ। ਕਦੀ ਵੀ ਉਹਨਾਂ ਨੇ ਧਰਮ ਵਰਡ ਨਹੀਂ ਯੂਜ਼ ਕੀਤਾ। ਕਿੰਗਡਮ ਮਤਲਬ ਕੀ ਆ? ਜਿੱਦਾਂ ਯੂਨਾਈਟਿਡ ਕਿੰਗਡਮ ਇੱਕ ਕੰਟਰੀ, ਜਿੱਦਾਂ ਇੱਕ ਅਮਰੀਕਾ ਆ ਉਹ ਕਿੰਗਡਮ ਆ। ਯੂਨਾਈਟਿਡ ਅਰਬ ਐਮੀਰੇਟਸ ਕਿੰਗਡਮ ਆ। ਉੱਦਾਂ ਹੀ ਜਿਹੜੀ ਕ੍ਰਿਸਚੀਅਨਿਟੀ ਆ ਉਹ ਕਿੰਗਡਮ ਆ, ਧਰਮ ਨਹੀਂ ਆ। ਤੇ ਜਦੋਂ ਤੁਸੀਂ ਡੀਪਲੀ ਇਹ ਸੋਚੋਗੇ ਕਿ ਇਹ ਧਰਮ ਨਹੀਂ ਆ, ਇਹ ਇੱਕ ਕਿੰਗਡਮ ਆ, ਤੁਹਾਡੀ ਟੋਟਲੀ ਜਿਹੜਾ ਵਿਊ ਪੁਆਇੰਟ ਆ ਕ੍ਰਿਸਚੀਅਨਿਟੀ ਬਾਰੇ ਉਹ ਚੇਂਜ ਹੋ ਜਾਊਗਾ। ਹਾਲੇਲੂਇਆ। ਬਾਈਬਲ ਦੇ ਵਿੱਚੋਂ ਪੜ੍ਹਦੇ ਨੇ ਸਭ ਤੋਂ ਜ਼ਿਆਦਾ ਜਿਹੜਾ ਕਿੰਗਡਮ ਬਾਰੇ ਪ੍ਰਭੂ ਨੇ ਕਿਹਾ, ਅਗਰ ਤੁਸੀਂ ਬੁੱਕ ਆਫ ਮੈਥਿਊ ਪੜ੍ਹੋ, ਮੇਬੀ ਸ਼ਾਇਦ 15 ਤੋਂ 16 ਸਕ੍ਰਿਪਚਰ ਸਿਰਫ ਮੈਥਿਊ ਦੇ ਵਿੱਚ ਆ ਜਿੱਥੇ ਪ੍ਰਭੂ ਨੇ ਕਿੰਗਡਮ ਬਾਰੇ ਕਿਹਾ ਆ। ਮੱਤੀ ਦੀ ਅੰਜੀਲ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭੂ ਨੇ ਕਿੰਗਡਮ ਬਾਰੇ ਦੱਸਿਆ ਕਿ ਕੀ ਆ। ਇੱਕ ਵਚਨ ਆਪਾਂ ਪੜ੍ਹਾਂਗੇ ਮੱਤੀ ਦੀ ਅੰਜੀਲ ਉਹਦਾ 9 ਅਧਿਆਏ। ਮੱਤੀ ਦੀ ਅੰਜੀਲ ਉਹਦਾ 9 ਅਧਿਆਏ ਉਹਦੀ 35 ਆਇਤ। Book of Matthew, chapter 9, verse 35। यीशु सब नगरों और गांवों में फिरता रहा और उनके आराधनालयों में उपदेश करता और राज्य का सुसमाचार करता और हर प्रकार की बीमारी और दुर्बलता को दूर करता रहा। काहदा प्रचार किया प्रभु ने? की लिखा इत्थे? यीशु सब नगरों और गांवों में फिरता रहा और उनके आराधनालयों में उपदेश करता और राज्य का सुसमाचार करता रहा। कि धर्म का प्रचार किया? काहदा प्रचार किया? किंगडम का, राज्य का। इंग्लिश के पढ़ देना। And Jesus went through all the cities and villages, teaching in their synagogues and proclaiming the gospel of the kingdom. Hallelujah. ਧਰਮ ਦਾ ਤਾਂ ਨਹੀਂ ਪ੍ਰਚਾਰ ਕੀਤਾ। ਇਹੀ ਕ੍ਰਿਸਚੀਅਨਿਟੀ ਦੇ ਵਿੱਚ ਫਰਕ ਆ। ਜਿਹੜੇ ਵੀ ਹੋਰ ਕਿਸੇ ਧਰਮ ਦੇ ਤੁਸੀਂ ਲਾ ਲਓ, ਕੋਈ ਵੀ ਧਰਮ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਦਾ ਜਿਹੜਾ ਵੀ ਲੀਡਰ ਆਇਆ ਉਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ। ਪਰ ਜੀਸਸ ਨੇ ਕਾਹਦਾ ਪ੍ਰਚਾਰ ਕੀਤਾ?
ਕਿੰਗਡਮ ਦਾ ਪ੍ਰਚਾਰ ਕੀਤਾ, ਧਰਮ ਦਾ ਕਿਤੇ ਵੀ ਪ੍ਰਚਾਰ ਨਹੀਂ ਕੀਤਾ। ਅੱਗੇ ਅਸੀਂ ਚੱਲਦੇ ਹਾਂ ਮੈਥਿਊ ਚੈਪਟਰ 12, ਮੈਥਿਊ ਚੈਪਟਰ 12 ਵਰਸ 28। ਮੱਤੀ ਦੀ ਅੰਜੀਲ ਉਹਦਾ 12 ਅਧਿਆਏ ਉਹਦੀ वर्स 28। पर यदि मैं परमेश्वर के आत्मा की सहायता से दुष्ट आत्मा को निकालता हूं तो परमेश्वर का राज्य तुम्हारे पास आ पहुंचा है। हालेलुया। प्रभु ने यह नहीं कहा कि क्रिश्चियनिटी एक धर्म, नवा धर्म मैं बनाना है, नवा धर्म तुहाडे कोल आ गया, पर उन्हें की कहा परमेश्वर की किंगडम तुहाडे कोल आ पहुंची है, परमेश्वर का राज्य तुहाडे कोल आ पहुंचा। एक किंगडम जिहड़ी परमेश्वर की आ। तुहानूं तुसीं फर्क देख सकते कि एक जिहड़ा धर्म ते राज दे विच फर्क की आ? फर्क है धर्म ते राज दे विच? धर्म ते राज दे विच बहुत फर्क है। इंग्लैंड दे विच बहुत धर्म आ, डिफरेंट धर्म आ, पर राज किहड़ा आ? किंगडम। किंगडम किहड़ी आ? यूनाइटेड किंगडम। ਉਹਦੇ ਅੰਡਰ ਬਹੁਤ ਧਰਮ ਆ, ਪਰ ਰਾਜ ਇੱਕ ਜਿੱਦਾਂ ਕੰਟਰੀ ਰਾਜ ਕਰਦੀ ਆ, ਉਹ ਕੰਟਰੀ ਨੂੰ ਰਾਜ ਕਿਹਾ ਗਿਆ ਹੈ। ਉਹ ਰਾਜ ਜਿਹੜਾ ਆ ਬਹੁਤ ਸਾਰੀਆਂ ਵਰਸੇ ਦਾ, ਜੇ ਆਪਾਂ ਮਤਲਬ ਕਾਫੀ ਟਾਈਮ ਲੱਗ ਜਾਣਾ, ਜੇ ਉਹਦੇ ਵਿੱਚ ਚਲੇ ਗਏ ਅੱਗੇ ਤੁਸੀਂ ਪੜ੍ਹ ਸਕਦੇ ਹੋ। ਮੈਥਿਊ ਚੈਪਟਰ 24 ਵਰਸ 14 ਮੈਂ ਪੜ੍ਹ ਦੇਣਾ ਤੁਹਾਡੇ ਲਈ। ਇਹ ਵੀ ਮੈਥਿਊ ਚੈਪਟਰ 24 ਵਰਸ 14। और राज्य का ये सुसमाचार सारे जगत में प्रचार किया जाएगा कि सब जातियों पर गवाही हो, तब अंत आ जाएगा। कहना प्रचार भी उन्होंने कहा क्या कि धर्म का प्रचार करना? नो, किंगडम का प्रचार करना परमेश्वर दी। और राज्य का यह सुसमाचार सारे जगत में प्रचार करना। तो साडी जिहड़ी ड्यूटी आ धर्म का प्रचार करना नहीं गा। काहदा प्रचार करना? किंगडम का प्रचार करना, परमेश्वर की किंगडम, परमेश्वर के राज्य का प्रचार करना। तो जो तुसी समझ गए तुहाडी टोटली व्यू पॉइंट चेंज हो जाना है। जो तुसी अज घर जाके सोचोगे कि धर्म तो किंगडम के फर्क की आ, मैਡੀਟੇਟ इत्ते करोगे तो परमेश्वर बहुत सारे रेवलेशन तुहानूं देणगे। हालेलुया। एक धर्म दे विच ते एक किंगडम दे विच एक होर चीज़ फर्क हुंदी है। एक जिहड़ा धर्म हुंदा, धर्म दे की आ मैंबरस हुंदे आ। इदां हुंदा कि ये साडा धर्म आ, साडे आह मैंबर आ। अजकल आपां मतलब कि चर्च ने भी, क्योंकि आपां दुनिया दे विच रहिंदे ओबवियसली, तो आपां कई वारी अपनी लैंगुएज उन्हां वर्गी हो जाती है। आपां कहंदे कि आपां उस चर्च दे मैंबर आ, है ना, पर जिहड़ा राज आ, राज दे मैंबर नहीं हुंदे। राज दे की हुंदे आ? सिटीजन। जिहड़ी एक किंगडम आ, एक देश आ, ਉਹਦੇ ਹਾਂਜੀ 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 ਮੈਨੂੰ ਫਿਨਿਸ਼ ਕਰ ਲੈਂਦੇ ਫਿਰ ਤੁਸੀਂ ਕਰ ਸਕਦੇ। ਹਾਂਜੀ ਜਿਹੜੀ ਇੱਕ ਕੰਟਰੀ ਆ, ਇੱਕ ਰਾਜ ਆ, ਉਹਦੇ ਸਿਟੀਜ਼ਨਸ ਹੁੰਦੇ ਆ, ਉਹਦੇ ਮੈਂਬਰ ਨਹੀਂ ਹੁੰਦੇ। ਤੇ ਪਹਿਲਾਂ ਆਪਾਂ ਪੜ੍ਹਿਆ ਸੀਗਾ ਕਿ अगर आप परमेश्वर दे राज दे बेटे ते बेटियां आ, आप की आ प्रिंस ते प्रिंसेस आ। या अगर एक किंगडम दी लड़ाई दूसरी किंगडम दे नाल चल रही आ, मान लो, तो सब तो ज़्यादा अटैक किहदे ते ट्राई करती है दूसरी कंट्री करन दी? किंग, क्वीन ते प्रिंस ते प्रिंसेस जिहड़े उहनूं लीड कर रहे हैं। इदां ही हुंदा। जदों अफगानिस्तान दे विच लड़ाई चल रही सी, तो प्रिंस हैरी उत्थे, जिहड़े अपनी रॉयल फैमिली है, ये प्रिंस हैरी उत्थे अपाची जिहड़े हैलीकॉप्टर है इन्हां दा, वो पायलट सी। ते उन्हां नूं पता सी कि प्रिंस हैरी इत्थे आ, ते जिहड़े प्रिंस हैरी दा नाम उत्थे रखिया सीगा मैगनेट ऑफ बुलेट, क्योंकि जिहड़े तालिबान सीगे वो ट्राई कर रहे सीगे प्रिंस हैरी नूं मारन दी। सब तो ज़्यादा उन्हां दी ट्राई चलदी सीगी कि किसी तरह दे नाल प्रिंस नूं मार दईए। क्यों? क्योंकि जिहड़ी किंगडम लड़ रही सीगी, उहदा जिहड़ा प्रिंस सीगा वो उस जगह ते लड़ रहा सीगा।
ਐਸੇ ਕਰਕੇ ਅੱਜ ਤੁਸੀਂ ਦੇਖਦੇ ਹੋ ਸਭ ਤੋਂ ਜ਼ਿਆਦਾ ਜਿਹੜੇ ਅਟੈਕ ਆ ਉਹ ਕਿਹੜੇ ਧਰਮ ਤੇ ਹੋ ਰਹੇ ਆ? ਕ੍ਰਿਸਚਨਸ ਤੇ। ਇੱਦਾਂ ਹੀ ਆ, ਹੋਰ ਕਿਸੇ ਧਰਮ ਤੇ ਇੰਨੇ ਜ਼ਿਆਦਾ ਅਟੈਕ ਨਹੀਂ ਹੁੰਦੇ ਗੇ। ਤੁਸੀਂ ਕੋਈ ਵੀ ਕਿਤੇ ਵੀ ਦੇਖ ਲਓ, ਇੰਗਲੈਂਡ ਦੇ ਵਿੱਚ ਵੀ ਕਾਫੀ ਆਰਗੇਨਾਈਜੇਸ਼ਨਸ ਹੈਗੀਆਂ ਆ, ਜਿੱਦਾਂ ਆਪਾਂ LGBTQ ਲੈ ਲਈਏ, ਐਥੀਅਸ ਲੈ ਲਈਏ। ਕਿਸੇ ਹੋਰ ਧਰਮ ਤੇ ਅਟੈਕ ਕਰਦੇ ਆਪਾਂ ਸੁਣਿਆ ਕਦੀ? ਕਿਸੇ ਧਰਮ ਤੇ ਨਹੀਂ ਅਟੈਕ ਕਰਦੇ। ਸਭ ਤੋਂ ਜ਼ਿਆਦਾ ਕਿੱਥੇ ਅਟੈਕ ਕਰਦੇ ਆ? ਕ੍ਰਿਸਚੀਅਨਿਟੀ ਤੇ। ਇੰਡੀਆ ਦੇ ਵਿੱਚ ਆਪਾਂ ਦੇਖਿਆ, ਪਿਛਲੇ ਵੀਕ ਦੀ ਗੱਲ ਆ, ਇੱਕ ਦੂਸਰੇ ਧਰਮ ਦੇ ਲੋਕਾਂ ਨੇ ਚਰਚ ਤੇ ਅਟੈਕ ਕੀਤਾ। ਇੱਦਾਂ ਹੀ ਹੋਇਆ, ਇਕੱਠੇ ਹੋ ਕੇ ਉੱਥੇ ਚਲੇ ਗਏ, ਜਿਹੜੇ ਲੋਕ ਬਾਹਰ ਸੀਗੇ ਉਹਨਾਂ ਤੇ ਅਟੈਕ ਕੀਤਾ। ਸਾਊਥ ਇੰਡੀਆ ਦੇ ਵਿੱਚ ਪਿਛਲੇ ਮਹੀਨੇ ਦੀ ਗੱਲ ਆ, ਕਿੰਨੇ ਚਰਚਿਸ ਨੂੰ ਅੱਗ ਲਾ ਦਿੱਤੀ ਗਈ। ਦੇਖਿਆ ਤੁਸੀਂ? ਮੇਰੇ ਖਿਆਲ ਦੇ ਵਿੱਚ ਉੱਤਰਾਖੰਡ ਸੀਗਾ ਜਾਂ ਕੋਈ ਸਾਊਥ ਇੰਡੀਆ ਦਾ ਸੀਗਾ, ਮੇਰੇ ਖਿਆਲ 'ਚ ਉੱਤਰਾਖੰਡ ਸੀ। ਚਰਚਿਸ ਨੂੰ ਅੱਗ ਲਾ ਦਿੱਤੀ ਗਈ। ਕਿਤੇ ਅਟੈਕ ਆ? ਕ੍ਰਿਸਚਨਸ ਤੇ। ਕਿਉਂ? ਕਿਉਂਕਿ ਸ਼ੈਤਾਨ ਨੂੰ ਪਤਾ ਆ ਕਿ ਜਿਹੜੇ ਕ੍ਰਿਸਚਨਸ ਆ ਇਹ ਪ੍ਰਿੰਸ ਤੇ ਪ੍ਰਿੰਸਸ ਆ, ਜਿਹੜੀ ਕਿੰਗਡਮ ਆ ਉਹਦੇ ਰਾਜ ਕਰਨ ਵਾਲੇ ਇਹ ਲੋਕ ਆ। ਤਾਂ ਕਰਕੇ ਸ਼ੈਤਾਨ ਸਭ ਤੋਂ ਜ਼ਿਆਦਾ ਜਿਹੜੀ ਰਾਇਲ ਫੈਮਿਲੀ ਆ ਉਹਦੇ ਪਿੱਛੇ ਪੈਂਦਾ ਆ। ਤੇ ਰਾਇਲ ਫੈਮਿਲੀ ਕੌਣ ਆ? ਅਸੀਂ ਜਿਹੜੇ ਪਰਮੇਸ਼ਵਰ ਦੇ ਪੁੱਤਰ ਆ। ਹਾਲੇਲੂਇਆ। ਲੜਾਈ ਕਿਹਦੇ ਨਾਲ ਚੱਲਦੀ ਆ ਪਰਮੇਸ਼ਵਰ ਦੀ ਕਿੰਗਡਮ ਦੀ? ਦੋ ਕਿੰਗਡਮਸ ਆ। ਪਹਿਲਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਧਰਤੀ ਦੇ ਉੱਤੇ ਦੋ ਕਿੰਗਡਮਸ ਆ, ਇੱਕ ਕਿੰਗਡਮ ਆਫ ਡਾਰਕਨੈਸ ਤੇ ਦੂਸਰੀ ਕਿਹੜੀ ਹੈ? ਕਿੰਗਡਮ ਆਫ ਗੋਡ। ਇਹਦੇ ਵਿੱਚ ਹੀ ਦੋਵਾਂ 'ਚ ਲੜਾਈ ਚੱਲਦੀ ਹੈ। ਜਿਹੜੀ ਕਿੰਗਡਮ ਆਫ ਡਾਰਕਨੈਸ ਆ ਉਹ ਸ਼ੈਤਾਨ ਦੀ, ਤੇ ਕਿੰਗਡਮ ਆਫ ਲਾਈਟ ਜਾਂ ਗੋਡ ਉਹ ਪਰਮੇਸ਼ਵਰ ਦੀ ਕਿੰਗਡਮ ਆ। ਅੱਗੇ ਕੁਐਸਚਨ ਪੈਦਾ ਹੁੰਦਾ ਕਿ ਵਾਟਸ ਦ ਪਰਪਸ ਆਫ ਕਿੰਗਡਮ? ਜਿਹੜੀ ਪਰਮੇਸ਼ਵਰ ਦੀ ਕਿੰਗਡਮ ਆ ਉਹਦਾ ਪਰਪਸ ਕੀ ਆ? ਜੇ ਕਿੰਗਡਮ ਆ ਉਹਦਾ ਕੋਈ ਪਰਪਸ ਵੀ ਹੋਣਾ ਚਾਹੀਦਾ ਹੈ। ਜੇ ਪਰਮੇਸ਼ਵਰ ਨੇ ਰਾਜ ਆਪਣਾ ਸਥਾਪਿਤ ਕਰਨਾ ਧਰਤੀ ਤੇ, ਉਹਦਾ ਪਰਪਸ ਕੀ ਆ? ਉਹਦੇ ਲਈ ਆਪਾਂ ਪੜਾਂਗੇ ਫਸਟ ਜੌਨ, ਬੁੱਕ ਆਫ ਫਸਟ ਜੌਨ ਚੈਪਟਰ 3। First John chapter 3 verse 8. First John chapter 3 verse 8. जो कोई पाप करता है वह शैतान की ओर से है, क्योंकि शैतान आरंभ ही से पाप करता आया है। परमेश्वर का पुत्र इसलिए प्रकट हुआ कि शैतान के कामों का नाश करे। हालेलुया। इंग्लिश ਦੇ ਵਿੱਚ ਆਪਾਂ ਪੜ੍ਹਦੇ, whoever makes a practice of sinning is of the devil, for the devil has been sinning from the beginning. The reason the Son of God appeared was to destroy the works of the devil. Hallelujah. ਇੱਥੇ ਪ੍ਰਭੂ ਨੇ ਕਲੀਅਰ ਕਰ ਦਿੱਤਾ ਕਿ ਪਰਮੇਸ਼ਵਰ ਦਾ ਜਿਹੜੀ ਕਿੰਗਡਮ ਆ ਜਾਂ ਪਰਮੇਸ਼ਵਰ ਦੇ ਆਉਣ ਦਾ ਮਕਸਦ ਕੀ ਸੀਗਾ? ਕਿ ਜਿਹੜੇ ਸ਼ੈਤਾਨ ਦੇ ਕੰਮ ਆ ਉਹਨਾਂ ਨੂੰ ਨਾਸ਼ ਕੀਤਾ ਜਾਵੇ। ਹਾਲੇਲੂਇਆ। ਇੱਕੋ ਹੀ ਮਕਸਦ ਆ ਪਰਮੇਸ਼ਵਰ ਦਾ ਆਉਣ ਦਾ, ਕਿ ਜਿਹੜੇ ਸ਼ੈਤਾਨ ਧਰਤੀ ਦੇ ਉੱਤੇ ਕੰਮ ਕਰ ਰਿਹਾ ਉਹਨਾਂ ਨੂੰ ਨਾਸ਼ ਕਰਕੇ ਤੇ ਪਰਮੇਸ਼ਵਰ ਦਾ ਰਾਜ ਸਥਾਪਿਤ ਕੀਤਾ ਜਾਵੇ। ਡੈਵਲ ਦੇ ਕੰਮ ਕਿਹੜੇ ਕਿਹੜੇ ਆ? ਜਿਹੜਾ ਸ਼ੈਤਾਨ ਆ, ਸ਼ੈਤਾਨ ਦੇ ਕੰਮ ਕਿਹੜੇ ਕੰਮ ਕਰਦਾ ਸ਼ੈਤਾਨ? ਪਹਿਲਾ ਕੰਮ ਆ ਕਿ ਲੋਕਾਂ ਨੂੰ ਪਾਪ ਦੇ ਵਿੱਚ ਫਸਾ ਕੇ ਰੱਖਣਾ, ਤਾਂ ਕਿ ਜਿਹੜੇ ਲੋਕ ਆ ਉਹ ਸਵਰਗ ਦੇ ਵਿੱਚ ਨਾ ਜਾ ਸਕਣ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਉਹ ਹੈਲ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਆ, ਕਿ ਉਹਨਾਂ ਨੂੰ ਹੈਲ ਦੇ ਵਿੱਚ ਲੈ ਕੇ ਜਾਵੇ, ਨਰਕ ਦੇ ਵਿੱਚ ਲੈ ਕੇ ਜਾਵੇ। ਦੂਜੀ ਗੱਲ ਕੀ ਹੈ? ਕੀਪ ਪੀਪਲ ਸਿਕ, ਲੋਕਾਂ ਨੂੰ ਬਿਮਾਰੀਆਂ ਦੇ ਵਿੱਚ ਰੱਖਣਾ, ਕਿਉਂਕਿ ਪਰਮੇਸ਼ਵਰ ਨੇ ਸਭ ਤੋਂ ਜ਼ਿਆਦਾ ਪਿਆਰ
ਇਨਸਾਨ ਨੂੰ ਕੀਤਾ ਤੇ ਇਨਸਾਨ ਨੂੰ ਉਹ ਦੁੱਖ ਦੇ ਕੇ ਪਰਮੇਸ਼ਵਰ ਨੂੰ ਦੁਖੀ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਸਿਕਨੈਸ, ਡਿਜ਼ੀਜ਼, ਬੌਂਡੇਜਸ, ਬੰਧਨਾਂ ਦੇ ਵਿੱਚ, ਨਸ਼ਿਆਂ ਦੇ ਵਿੱਚ, ਸੈਕਸ਼ੂਅਲ ਇਮੋਰੈਲਿਟੀ, ਵੋਰਸ, ਲੜਾਈਆਂ ਦੇ ਵਿੱਚ ਫੈਮਲੀਜ਼ ਨੂੰ ਡਿਸਟਰੋਏ ਕਰ ਦਿੰਦਾ ਆ। ਅਤੇ ਫਾਈਨਲੀ ਕੀ ਉਹਦਾ ਹੁੰਦਾ ਕਿ ਨੇਸ਼ਨਸ ਨੂੰ ਡਿਸਟਰੋਏ ਕਰ ਦੇਣਾ, ਕਿ ਲੋਕਾਂ ਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਤੰਗ ਕਰ ਸਕੇ ਉਹ ਕਰਨਾ ਚਾਹੁੰਦਾ ਆ। ਇਹ ਸ਼ੈਤਾਨ ਦੇ ਕੰਮ ਆ। ਪਰ ਪ੍ਰਭੂ ਕੀ ਕਹਿੰਦੇ ਆ? ਮੈਂ ਸ਼ੈਤਾਨ ਦੇ ਕੰਮਾਂ ਨੂੰ ਡਿਸਟਰੋਏ ਕਰਨਾ ਆ। ਹਾਲੇਲੂਇਆ। ਜੇ ਪਰਮੇਸ਼ਵਰ ਦਾ ਕੰਮ ਆ ਸ਼ੈਤਾਨ ਦੇ ਕੰਮਾਂ ਨੂੰ ਡਿਸਟਰੋਏ ਕਰਨਾ, ਤੇ ਸਾਡਾ ਕੰਮ ਆਟੋਮੈਟਿਕਲੀ ਕੀ ਹੋ ਗਿਆ? ਸ਼ੈਤਾਨ ਦੇ ਕੰਮਾਂ ਨੂੰ ਡਿਸਟਰੋਏ ਕਰਨਾ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਕਿਹਾ ਕਿ ਅਸੀਂ ਪਰਮੇਸ਼ਵਰ ਦੇ ਕੋ-ਲੇਬਰਰਸ ਆ। ਪੜ੍ਹਿਆ ਬਾਈਬਲ ਦੇ ਵਿੱਚ ਕਿ ਅਸੀਂ ਕੀ ਆ? ਪਰਮੇਸ਼ਵਰ ਦੇ ਸਹਿਕਰਮੀ ਆ, ਸਹਿਕਾਮੇ ਆ। ਜੇ ਨਹੀਂ ਤਾਂ ਪੜ੍ਹ ਸਕਦੇ ਆਪਾਂ 1 Corinthians 3:9। 1 Corinthians 3:9। क्योंकि हम परमेश्वर के सहकर्मी हैं, तुम परमेश्वर की खेती और परमेश्वर की रचना हो। हालेलुया। ਅਸੀਂ ਕੀ ਆ? ਪਰਮੇਸ਼ਵਰ ਦੇ ਸਹਿਕਰਮੀ। ਸਹਿਕਰਮੀ ਦਾ ਮਤਲਬ ਕਿ ਨਾਲ ਕੰਮ ਕਰਨ ਵਾਲੇ। ਫॉर ਵੀ ਆਰ ਗੋਡਸ ਫੈਲੋ ਵਰਕਰਸ। ਇੰਗਲਿਸ਼ ਦੇ ਵਿੱਚ ਲਿਖਿਆ ਫॉर ਵੀ ਆਰ ਗੋਡਸ ਫੈਲੋ ਵਰਕਰਸ। ਅਸੀਂ ਪਰਮੇਸ਼ਵਰ ਦੇ ਸਹਿਕਰਮੀ ਆ, ਪਰਮੇਸ਼ਵਰ ਦੇ ਨਾਲ ਕੰਮ ਕਰਨ ਵਾਲੇ। ਪਰਮੇਸ਼ਵਰ ਨੇ ਕੀ ਦੱਸਿਆ? ਪਰਮੇਸ਼ਵਰ ਕੀ ਕਰਨ ਆਏ ਆ? ਸ਼ੈਤਾਨ ਦੇ ਕੰਮਾਂ ਨੂੰ ਡਿਸਟਰੋਏ ਕਰਨ ਆਏ ਆ। ਅਤੇ ਅਸੀਂ ਕੀ ਆ? ਪਰਮੇਸ਼ਵਰ ਦੇ ਸਹਿਕਰਮੀ। ਜਿਹੜਾ ਪਰਮੇਸ਼ਵਰ ਦਾ ਕੰਮ ਆ, ਸਾਡਾ ਕੰਮ ਆ ਪਰਮੇਸ਼ਵਰ ਦੇ ਕੰਮ ਦੇ ਨਾਲ ਮਿਲ ਕੇ ਉਹਨਾਂ ਕੰਮਾਂ ਨੂੰ ਡਿਸਟਰੋਏ ਕਰਨਾ। ਹਾਲੇਲੂਇਆ। ਅਤੇ ਸਾਡੀ ਡਿਊਟੀ ਬਣਦੀ ਆ ਕਿ ਜਿਹੜਾ ਪਰਮੇਸ਼ਵਰ ਨੇ ਕੰਮ, ਪਰਮੇਸ਼ਵਰ ਨੇ ਪੂਰਾ ਕਰ ਦਿੱਤਾ ਕੰਮ। ਪਰਮੇਸ਼ਵਰ ਨੇ ਜਿਹੜੀ ਅਥੋਰਿਟੀ ਐਡਮ ਨੇ ਲੂਜ਼ ਕਰ ਦਿੱਤੀ ਸੀ ਸ਼ੈਤਾਨ ਨੂੰ, ਉਹ ਪਰਮੇਸ਼ਵਰ ਨੇ ਅਥੋਰਿਟੀ ਵਿਨ ਕਰਕੇ ਸਾਨੂੰ ਵਾਪਸ ਦੇ ਦਿੱਤੀ ਆ। ਪਰ ਅੱਗੇ ਸਾਡਾ ਕੰਮ ਆ ਕਿ ਜਿਹੜੇ ਸ਼ੈਤਾਨ ਦੇ ਕੰਮ ਆ ਉਹਨੂੰ ਡਿਸਟਰੋਏ ਕਰਕੇ ਪਰਮੇਸ਼ਵਰ ਦਾ ਰਾਜ ਇਸ ਧਰਤੀ 'ਤੇ ਸਥਾਪਿਤ ਕਰਨਾ। ਹਾਲੇਲੂਇਆ। ਮੈਂ ਕਈ ਵਾਰੀ ਦੇਖਦਾ, ਕਈ ਵਾਰੀ ਸੋਚਦਾ, ਕਈ ਵਾਰੀ ਪ੍ਰੇਅਰ ਕਰਦਾ ਤਾਂ ਪਰਮੇਸ਼ਵਰ ਨੇ ਇੱਕ ਮੈਨੂੰ ਵਿਜ਼ਨ ਦਿਖਾਇਆ। ਉਹ ਵਿਜ਼ਨ ਕੀ ਸੀਗਾ ਕਿ ਜਿੱਦਾਂ ਤੁਸੀਂ ਦੇਖਦੇ ਕਿ ਸਪੈਸ਼ਲ ਫੋਰਸਿਸ ਵਾਲੇ ਫੌਜੀ ਹੁੰਦੇ ਆ। ਸਪੈਸ਼ਲ ਫੋਰਸਿਸ ਵਾਲੇ ਦੇਖੇ ਫੌਜੀ? ਉਹਨਾਂ ਦੇ ਵਿੱਚੋਂ ਇੱਕ ਰੈਜੀਮੈਂਟ ਹੁੰਦੀ ਆ ਪੈਰਾਟਰੂਪਰਸ। ਉਹ ਪੈਰਾਟਰੂਪਰਸ ਨੂੰ ਕੀ ਕਰਦੇ ਆ? ਜਹਾਜ਼ ਦੇ ਵਿੱਚ ਬਿਠਾਉਂਦੇ ਆ ਜਦੋਂ ਲੜਾਈ ਲੱਗੀ ਹੁੰਦੀ ਆ। ਲੜਾਈ ਲੱਗੀ ਦੇ ਵਿੱਚ ਉਹ ਬਿਹਾਈਂਡ ਦਾ ਐਨੀਮੀ ਲਾਈਨਸ ਉਹਨਾਂ ਨੂੰ ਉਤਾਰ ਦਿੰਦੇ ਆ। ਇੱਦਾਂ ਕਰਦੇ ਆ। ਬਾਕੀ ਜਿਹੜੀ ਫੌਜ ਆ ਉਹ ਸਿੱਧੀ ਆਉਂਦੀ ਹੈ, ਕਹਿ ਲਓ ਟੈਂਕਸ ਜਾਂ ਗੱਡੀਆਂ 'ਤੇ ਆਉਂਦੀ। ਪਰ ਜਿਹੜੇ ਪੈਰਾਟਰੂਪਰਸ ਆ ਉਹ ਚੋਰੀ ਦਣੀ ਉੱਪਰੋਂ ਬਿਹਾਈਂਡ ਦਾ ਐਨੀਮੀ ਲਾਈਨਸ, ਜਿਹੜੀ ਕਿੰਗਡਮ ਦੇ ਨਾਲ ਲੜਾਈ ਲੱਗੀ ਹੁੰਦੀ, ਉਸ ਕਿੰਗਡਮ ਦੇ ਵਿੱਚ ਉਤਰ ਕੇ ਅੰਦਰੋਂ ਉਹਦੀ ਸਫਾਈ ਕਰ ਦਿੰਦੇ ਆ, ਅੰਦਰੋਂ ਉਹਨੂੰ ਖੋਖਲਾ ਕਰਨਾ ਸਟਾਰਟ ਕਰ ਦਿੰਦੇ ਆ। ਜਿਹੜੇ ਕ੍ਰਿਸਚਨਸ ਆ ਆਪਾਂ ਐਸੇ ਤਰ੍ਹਾਂ ਹੀ ਆ। ਆਪਾਂ ਸਿਟੀਜ਼ਨ ਤਾਂ ਹੈਵਨ ਦੇ ਆ, ਪਰ ਇੱਕ ਜਿੱਦਾਂ ਸਪੈਸ਼ਲ ਫੋਰਸਿਸ ਹੁੰਦੀਆਂ ਆ, ਆਪਾਂ ਨੂੰ ਪਰਮੇਸ਼ਵਰ ਨੇ ਹਥਿਆਰ ਦੇ ਕੇ, ਉਹ ਆਪਾਂ ਪਿਛਲੇ ਤੋਂ ਪਿਛਲੇ ਵੀਕ ਸਿੱਖਿਆ ਸੀਗਾ ਕਿ ਪਰਮੇਸ਼ਵਰ ਨੇ ਸਾਨੂੰ ਕਿਹੜੇ ਕਿਹੜੇ ਹਥਿਆਰ ਦਿੱਤੇ ਆ। ਸਾਰੇ ਹਥਿਆਰ ਦੇ ਕੇ ਜਿਹੜੇ ਆਪਾਂ ਨੂੰ ਲੜਾਈ ਲਈ ਚਾਹੀਦੇ ਆ, ਉਹਨੇ ਪਰਮੇਸ਼ਵਰ ਨੇ ਸਾਨੂੰ ਟੈਰੀਟਰੀ ਦੇ ਵਿੱਚ ਭੇਜ ਦਿੱਤਾ। ਅਤੇ ਸਾਡਾ ਕੰਮ ਕੀ ਆ ਹੁਣ? ਸ਼ੈਤਾਨ ਦੇ ਨਾਲ ਲੜ ਕੇ ਸ਼ੈਤਾਨ ਦੇ ਰਾਜ ਨੂੰ ਡਿਸਟਰੋਏ ਕਰਨਾ ਅਤੇ ਪਰਮੇਸ਼ਵਰ ਦਾ ਰਾਜ ਸਥਾਪਿਤ ਕਰਨਾ। ਹਾਲੇਲੂਇਆ। ਤਾਂ ਕਰਕੇ ਅਸੀਂ ਦੇਖਦੇ ਹਾਂ ਕਿ ਜਦੋਂ ਪਰਮੇਸ਼ਵਰ ਦੇ ਦਾਸ ਪ੍ਰੇਅਰ ਕਰਦੇ ਆ ਅਤੇ ਜਿਹੜੇ ਸਿੱਖ ਆ ਉਹ ਕੀ ਹੋ ਜਾਂਦੇ? ਹੀਲ ਹੋ ਜਾਂਦੇ ਆ। ਇੱਦਾਂ ਹੀ ਹੁੰਦਾ ਕਿਉਂਕਿ ਉਹ ਸ਼ੈਤਾਨ ਨੇ ਆਪਣਾ ਉਹਨਾਂ ਦੀ ਬੋਡੀਜ਼ ਦੇ ਵਿੱਚ ਰਾਜ ਕੀਤਾ ਹੁੰਦਾ ਆ। ਪਰ ਜਦੋਂ ਪਰਮੇਸ਼ਵਰ ਦਾ ਰਾਜ ਉਹਨਾਂ ਦੀ ਬੋਡੀ ਦੇ ਵਿੱਚ ਆ ਜਾਂਦਾ, ਉੱਥੇ ਕੀ ਛੁਟਕਾਰਾ ਆ ਜਾਂਦਾ। ਹਾਲੇਲੂਇਆ। ਇਹ ਪਰਮੇਸ਼ਵਰ ਦੀ ਕਿੰਗਡਮ ਦੇ ਸਾਇੰਸ ਆ। ਓਬਵੀਅਸਲੀ ਜਦੋਂ ਫੁੱਲੀ ਜਿਹੜੀ ਪਰਮੇਸ਼ਵਰ ਦੀ ਕਿੰਗਡਮ ਰਿਸਟੋਰ ਹੋਣੀ ਆ, ਜਦੋਂ ਪ੍ਰਭੂ ਯਿਸੂ ਦੀ ਸੈਕਿੰਡ ਕਮਿੰਗ ਹੋਣੀ ਆ, ਜਦੋਂ
ਪ੍ਰਭੂ ਯਿਸੂ ਨੇ ਆਉਣਾ ਤਾਂ ਬਿਲਕੁਲ ਸ਼ੈਤਾਨ ਨੂੰ ਖਤਮ ਕਰ ਦੇਣਾ। ਪਰ ਉਸ ਤੋਂ ਪਹਿਲਾਂ ਸਾਡੀ ਡਿਊਟੀ ਕੀ ਆ ਕਿ ਜਿਹੜੇ ਲੋਕ ਸ਼ੈਤਾਨ ਦੇ ਜਕੜੇ ਹੋਏ ਆ, ਜਿਹੜੀਆਂ ਫੈਮਿਲੀ ਸ਼ੈਤਾਨ ਦੀਆਂ ਜਕੜੀਆਂ ਹੋਈਆਂ, ਉਹਨਾਂ ਨੂੰ ਕੀ ਆ ਆਜ਼ਾਦ ਕਰਕੇ ਉੱਥੇ ਜਿੱਥੇ ਸ਼ੈਤਾਨ ਦੀ ਕਿੰਗਡਮ ਆ, ਜਿਹੜੀ ਬਾਡੀ ਦੇ ਵਿੱਚ, ਜਿਹੜੀ ਫੈਮਿਲੀ ਦੇ ਵਿੱਚ, ਜਿਹੜੀ ਕੰਟਰੀ ਦੇ ਵਿੱਚ, ਉਹ ਹਰ ਚੀਜ਼ ਨੂੰ ਸ਼ੈਤਾਨ ਦੀ ਕਿੰਗਡਮ ਤੋਂ ਆਜ਼ਾਦ ਕਰਕੇ ਪਰਮੇਸ਼ਵਰ ਦੀ ਕਿੰਗਡਮ ਨੂੰ ਸਥਾਪਿਤ ਕਰਨਾ। ਹਾਲੇਲੂਇਆ। ਸਾਡੀ ਜੌਬ ਆ। ਹਰ ਇੱਕ ਇਨਸਾਨ ਦੀ ਇੰਡੀਵਿਜੂਅਲੀ ਡਿਊਟੀ ਲੱਗੀ ਆ। ਜਿਹੜੀ ਗੁੱਡ ਥਿੰਗ ਆ ਸਟਾਰਟ ਕਰਨੀ ਆਪਣੇ ਘਰ ਤੋਂ, ਆਪਣੇ ਬੱਚਿਆਂ ਤੋਂ। ਅਗਰ ਤੁਹਾਡੇ ਘਰ ਦੇ ਵਿੱਚ ਸਿਕਨੈਸ ਆ, ਡਿਜ਼ੀਜ਼ ਆ, ਸਭ ਤੋਂ ਪਹਿਲਾਂ ਆਪਾਂ ਕੀ ਆਪਣੀ ਫੈਮਲੀਜ਼ ਨੂੰ ਆਜ਼ਾਦ ਕਰਨਾ। ਉਸ ਤੋਂ ਬਾਅਦ ਵਿੱਚ ਆਪਾਂ ਆਪਣੀ ਸਿਟੀ ਨੂੰ ਆਜ਼ਾਦ ਕਰਨਾ। ਉਸ ਤੋਂ ਬਾਅਦ 'ਚੋਂ ਆਪਾਂ ਨੇਸ਼ਨ ਨੂੰ ਆਜ਼ਾਦ ਕਰਨਾ। ਉਸ ਤੋਂ ਬਾਅਦ 'ਚੋਂ ਜਦੋਂ ਪਰਮੇਸ਼ਵਰ ਆ ਗਏ ਤੇ ਸਾਰੀ ਧਰਤੀ ਜਿਹੜੀ ਹੈ ਸ਼ੈਤਾਨ ਤੋਂ ਆਜ਼ਾਦ ਹੋ ਜਾਣੀ, ਤੇ ਪਰਮੇਸ਼ਵਰ ਦਾ ਰਾਜ ਜਿਹੜਾ ਧਰਤੀ ਦੇ ਉੱਤੇ ਸਥਾਪਿਤ ਹੋ ਜਾਣਾ। ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜਦੋਂ ਜਿਹੜੀ ਪਰਮੇਸ਼ਵਰ ਦੀ ਕਲੀਸਿਆ ਆ, ਜਦੋਂ ਉਹਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਆ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪਰਮੇਸ਼ਵਰ ਦੇ ਰਾਜ ਦੀ ਕੀ ਵੈਲਿਊ ਆ, ਅਤੇ ਜਦੋਂ ਇੱਕ ਕਲੀਸਿਆ ਮੈਚਿਓਰ ਹੋ ਕੇ ਪ੍ਰੇਅਰ ਕਰਦੀ ਆ, ਸੀਰੀਅਸ ਹੋ ਕੇ ਪ੍ਰੇਅਰ ਕਰਦੀ ਆ, ਅਤੇ ਉਹ ਨੇਸ਼ਨਸ ਨੂੰ ਚੇਂਜ ਕਰ ਦਿੰਦੀ ਆ। ਰੋਮਨ ਅੰਪਾਇਰ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਰੋਮਨਸ ਦਾ ਅੰਪਾਇਰ ਸੀਗਾ 1/3, 1/3 ਧਰਤੀ ਦੇ ਉੱਪਰ ਰੋਮਨਸ ਦਾ ਰਾਜ ਸੀਗਾ। ਜਦੋਂ ਪ੍ਰਭੂ ਯਿਸੂ ਨੂੰ ਕਰੂਸ 'ਤੇ ਚੜ੍ਹਾਇਆ ਗਿਆ, ਇੱਦਾਂ ਹੀ ਸੀਗਾ। ਉਹਨਾਂ ਦੇ ਰਾਜ ਦੇ ਅੰਡਰ ਹੀ ਪ੍ਰਭੂ ਨੂੰ ਕਰੂਸ 'ਤੇ ਚੜ੍ਹਾਇਆ ਗਿਆ ਸੀਗਾ। ਪਰ ਜਿਹੜੀ ਫਸਟ ਜਨਰੇਸ਼ਨ ਕ੍ਰਿਸਚਨ ਸੀਗੇ, ਉਹ ਮੈਚਿਓਰ ਕ੍ਰਿਸਚਨ ਸੀਗੇ, ਕਿਉਂਕਿ ਚੇਲੇ ਵੀ ਸੀਗੇ, ਡਿਸਾਈਪਲ ਵੀ ਸੀਗੇ, ਪ੍ਰਭੂ ਦੇ ਨਾਲ ਚੱਲੇ ਹੋਏ ਲੋਕ ਸੀਗੇ। ਉਹਨਾਂ ਨੂੰ ਪਤਾ ਸੀਗਾ, ਗੂੜੇ ਭੇਦਾਂ ਦਾ ਪਤਾ ਸੀਗਾ। ਉਹਨਾਂ ਦੀ ਪ੍ਰੇਅਰਸ ਦੇ ਨਾਲ ਜਿਹੜੀ ਇੱਕ ਰੋਮਨ ਅੰਪਾਇਰ ਸੀਗਾ, ਕਿੰਗ ਕੌਂਸਟੈਂਟੀਨ ਦੇ ਟਾਈਮ ਦੇ ਵਿੱਚ, ਉਹ ਸਾਰਾ ਜਿਹੜਾ ਰਾਜ ਸੀਗਾ, ਵੈਸੇ ਉਹ ਮੂਰਤੀ ਪੂਜਕ ਸੀਗੇ। ਉਹਨਾਂ ਦਾ ਕ੍ਰਿਸਚੈਨਿਟੀ ਦੇ ਨਾਲ ਕੋਈ ਦੂਰ ਦੂਰ ਤੱਕ ਨਾਤਾ ਨਹੀਂ ਸੀਗਾ, ਬਲਕਿ ਕ੍ਰਿਸਚਨਾਂ ਨੂੰ ਸਤਾਉਣ ਵਾਲਾ ਰਾਜ ਸੀਗਾ ਉਹ। ਪਰ ਪਰਮੇਸ਼ਵਰ ਦੇ ਲੋਕ ਜਦੋਂ ਸੀਰੀਅਸ ਹੋ ਕੇ ਗੋਡੇ ਲਾ ਕੇ ਬਹਿ ਜਾਂਦੇ ਆ, ਉਹ ਨੇਸ਼ਨਸ ਨੂੰ ਚੇਂਜ ਕਰ ਦਿੰਦੇ। ਕਿੰਗ ਕੌਂਸਟੈਂਟੀਨ ਦੇ ਟਾਈਮ ਦੇ ਵਿੱਚ ਕੀ ਹੋਇਆ, ਉਹ ਬਾਰਬੇਰੀਅਨਸ ਦੇ ਨਾਲ ਲੜ ਰਿਹਾ ਸੀ। ਅਗਰ ਤੁਸੀਂ ਹਿਸਟਰੀ ਦੇ ਵਿੱਚ ਤੁਹਾਡਾ ਇੰਟਰਸਟ ਹੋਵੇ, ਅਤੇ ਬਾਰਬੇਰੀਅਨਸ ਦੇ ਨਾਲ ਲੜਾਈ ਚੱਲ ਰਹੀ ਸੀ। ਜਿਹੜਾ ਕਿੰਗ ਸੀਗਾ ਰੋਮ ਦਾ ਉਸ ਟਾਈਮ 'ਤੇ, ਚਾਰੇ ਪਾਸਿਓਂ ਘਿਰ ਗਿਆ। ਜਦੋਂ ਚਾਰੇ ਪਾਸਿਓਂ ਘਿਰ ਗਿਆ ਅਤੇ ਉਹਨੇ ਆਕਾਸ਼ ਦੇ ਵੱਲ ਦੇਖਿਆ ਤਾਂ ਉਹਨੂੰ ਕ੍ਰੋਸ ਦਾ ਸਾਈਨ ਦਿਖਿਆ ਉੱਤੇ। ਇਹ ਟਰੂ ਹਿਸਟਰੀ ਆ। ਜਦੋਂ ਉਹਨੂੰ ਕ੍ਰੋਸ ਦਾ ਸਾਈਨ ਦਿਖਿਆ ਉੱਪਰ, ਉਹਨੇ ਪ੍ਰੇਅਰ ਕੀਤੀ। ਉਹਨੂੰ ਪਤਾ ਤਾਂ ਹੈ ਨਹੀਂ ਸੀ ਕ੍ਰਿਸਚੈਨਿਟੀ ਬਾਰੇ, ਪਰ ਉਹਨੇ ਕਿਹਾ ਕਿ ਕਿਉਂਕਿ ਉਹ ਰਾਜ ਕਰਦੇ ਸੀ ਇਜ਼ਰਾਈਲ ਦੇ ਉੱਤੇ ਉਸ ਟਾਈਮ ਦੇ ਵਿੱਚ, ਥੋੜ੍ਹਾ ਬਹੁਤਾ ਉਹਨੂੰ ਪਤਾ ਸੀਗਾ। ਉਹਨੇ ਪ੍ਰੇਅਰ ਕੀਤੀ ਕਿਉਂਕਿ ਉਹਦੇ ਬਚਣ ਦਾ ਕੋਈ ਚਾਂਸ ਨਹੀਂ ਸੀਗਾ। ਉਹਨੇ ਪ੍ਰੇਅਰ ਕੀਤੀ, ਕਹਿੰਦਾ ਜੇ ਮੈਂ ਅੱਜ ਬਚ ਗਿਆ ਤਾਂ ਮੈਂ ਖੁਦ ਵੀ ਕ੍ਰਿਸਚਨ ਬਣ ਜਾਊਂਗਾ ਅਤੇ ਆਪਣਾ ਸਾਰਾ ਰਾਜ ਜਿਹੜਾ ਕ੍ਰਿਸਚੈਨਿਟੀ ਦੇ ਅੰਡਰ ਲੈ ਆਊਂਗਾ। ਅਤੇ ਮਿਰੇਕਲ ਹੋਇਆ, ਬਾਏ ਮਿਰੇਕਲ ਉਹ ਉਸ ਮੌਤ ਤੋਂ ਉਸ ਦਿਨ ਬਚ ਗਿਆ। ਅਤੇ ਕਿੰਗ ਕੌਂਸਟੈਂਟੀਨ ਜਦੋਂ ਬਚ ਗਿਆ, ਉਸੇ ਵੇਲੇ ਉਹਨੇ ਬਪਤਿਸਮਾ ਲਿਆ, ਕ੍ਰਿਸਚੈਨਿਟੀ ਦੇ ਵਿੱਚ ਆ ਗਿਆ, ਤਾਂ ਉਹਨੇ ਡਿਕਲੇਅਰ ਕਰ ਦਿੱਤਾ ਕਿ ਅੱਜ ਤੋਂ ਜਿਹੜਾ ਰੋਮਨ ਰਾਜ ਆ ਉਹ ਕ੍ਰਿਸਚਨ ਰਾਜ ਹੋਊਗਾ। ਜਿਹੜਾ ਉਹ ਪਹਿਲਾਂ ਮੂਰਤੀ ਪੂਜਕ ਸੀਗੇ, ਪਰ ਉਹਨੇ ਕਿਹਾ ਕਿ ਜਿਹੜਾ ਸਟੇਟ ਰਿਲੀਜਨ ਹੋਊਗਾ ਅੱਜ ਤੋਂ ਬਾਅਦ 'ਚੋਂ ਕ੍ਰਿਸਚੈਨਿਟੀ ਹੋਊਗੀ। ਇਹ ਪਰਮੇਸ਼ਵਰ ਦੇ ਜਿਹੜੇ ਮੈਚਿਓਰ ਕ੍ਰਿਸਚਨ ਸੀਗੇ, ਪਰਮੇਸ਼ਵਰ ਦੇ ਦਾਸ ਸੀਗੇ, ਉਹਨਾਂ ਦੀ ਪ੍ਰੇਅਰ ਦਾ ਨਤੀਜਾ ਸੀਗਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਨੇਸ਼ਨਸ ਨੂੰ ਕਿੱਦਾਂ ਚੇਂਜ ਕਰਨਾ। ਜਦੋਂ ਪਰਮੇਸ਼ਵਰ ਦੇ ਦਾਸ ਮੈਚਿਓਰ ਹੋ ਜਾਂਦੇ, ਉਹ ਸਿਰਫ ਫੈਮਲੀਜ਼, ਸਿਟੀਜ਼ ਨਹੀਂ, ਉਹ ਨੇਸ਼ਨਸ ਵੀ ਚੇਂਜ ਕਰ ਦਿੰਦੇ ਆ। ਵਾਈਕਿੰਗਸ ਬਾਰੇ ਪਤਾ ਕਿਸੇ ਨੂੰ? ਵਾਈਕਿੰਗਸ ਨਾ, ਵਾਈਕਿੰਗਸ ਇੱਕ ਐਸੀ ਵੋਰੀਅਰ ਰੇਸ ਸੀਗੀ, ਇੱਕ ਐਸੇ ਵੋਰੀਅਰਸ ਸੀਗੇ, ਐਸੇ ਯੋਧੇ ਸੀਗੇ। ਸਵੀਡਨ ਤੋਂ ਸੀਗੇ ਉਹ। ਸਵੀਡਨ ਅਤੇ ਨਾਰਵੇ ਦੀ ਜਿਹੜੀ ਧਰਤੀ ਆ, ਉੱਥੋਂ ਆਉਂਦੇ ਸੀਗੇ ਉਹ। ਪਰ ਹਿਸਟਰੀ ਜੇ ਤੁਸੀਂ ਪੜ੍ਹਦੇ ਆ, ਵਾਈਕਿੰਗਸ ਵਰਗੇ ਯੋਧੇ ਅਤੇ ਉਹਨਾਂ ਵਰਗੇ ਬੇਰਹਿਮ ਲੋਕ ਅੱਜ ਤੱਕ ਧਰਤੀ 'ਤੇ ਪੈਦਾ ਨਹੀਂ ਹੋਏ। ਵਾਈਕਿੰਗਸ ਐਕਸ ਬਹੁਤ ਮਸ਼ਹੂਰ ਸੀਗੀ। ਵਾਈਕਿੰਗਸ ਕੀ ਕਰਦੇ ਸੀਗੇ? ਉਹ ਬੋਟਸ ਦੇ ਵਿੱਚ ਆਉਂਦੇ ਸੀਗੇ, ਇੰਗਲੈਂਡ ਦੇ ਵਿੱਚ ਆਉਂਦੇ ਸੀਗੇ, ਲੁੱਟਦੇ ਸੀ ਇੱਥੇ,
ਤੇ ਜਿਹੜੇ ਬੱਚੇ ਵੱਡੇ ਬਜ਼ੁਰਗ ਸਾਰਿਆਂ ਨੂੰ ਮਾਰ ਦਿੰਦੇ ਸੀਗੇ, ਕਿਸੇ ਨੂੰ ਛੱਡਦੇ ਨਹੀਂ ਸੀ ਉਹ, ਮਤਲਬ ਕਿ ਬੇਰਹਿਮ ਲੋਕ ਸੀਗੇ। ਤੇ ਵੋਰੀਅਰ ਕਲਾਸ ਸੀਗੀ, ਸਭ ਤੋਂ ਟੌਪ ਦੇ ਵੋਰੀਅਰਸ ਉਸ ਟਾਈਮ ਤੇ ਵਾਈਕਿੰਗ ਸੀਗੇ। ਪਰ ਅਗਰ ਹਿਸਟਰੀ ਦੇ ਵਿੱਚ ਪੜ੍ਹੋ ਤੁਸੀਂ, ਇੰਗਲੈਂਡ ਨੂੰ ਉਹਨਾਂ ਨੇ ਬਹੁਤ ਤੰਗ ਕੀਤਾ ਹੋਇਆ ਸੀਗਾ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿਹੜੇ ਟਾਈਮ ਆਉਂਦੇ ਆ। ਪਹਿਲਾਂ ਆਉਂਦੇ ਸੀਗੇ, ਲੋਕਾਂ ਨੂੰ ਮਾਰਦੇ ਸੀ, ਲੁੱਟ ਕੇ ਚਲੇ ਜਾਂਦੇ ਸੀਗੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕੀ ਕਰਨਾ ਸਟਾਰਟ ਕੀਤਾ, ਕਬਜ਼ੇ ਕਰਨੇ ਸਟਾਰਟ ਕਰ ਦਿੱਤੇ, ਇੰਨੇ ਸਟਰੋਂਗ ਹੋ ਗਏ। ਪਰ ਜਦੋਂ ਕ੍ਰਿਸਚਨਸ ਨੂੰ ਪਤਾ ਲੱਗਾ ਕਿ ਨਹੀਂ ਸਾਡੇ ਕੋਲ ਕੁਛ ਹੋ ਰਿਹਾ, ਜਿਹੜੀ ਉਸ ਟਾਈਮ ਤੇ ਆਰਮੀ ਸੀਗੀ ਇੰਗਲੈਂਡ ਦੀ ਬਹੁਤ ਸਟਰੋਂਗ ਸੀਗੀ, ਪਰ ਇਹਨਾਂ ਦਾ ਸਕਾਟਲੈਂਡ ਦੇ ਨਾਲ ਵੀ ਲੜਾਈ ਚੱਲ ਰਹੀ ਸੀਗੀ, ਵੇਲਸ ਦੇ ਨਾਲ ਵੀ, ਤੇ ਦੂਜੇ ਪਾਸਿਓਂ ਵਾਈਕਿੰਗਸ ਆ ਕੇ ਅਟੈਕ ਕਰਦੇ ਸੀਗੇ। ਪ੍ਰੇਅਰ ਕਰਨੀ ਸਟਾਰਟ ਕਰ ਦਿੱਤੀ ਇਹਨਾਂ ਨੇ। ਉਸ ਟਾਈਮ ਦੇ ਉੱਤੇ ਪੂਰਾ ਮੈਸ ਕ੍ਰੀਏਟ ਕੀਤਾ ਹੋਇਆ ਸੀਗਾ। ਜਿਹੜੇ ਵਾਈਕਿੰਗ ਸੀਗੇ ਡਿਫਰੈਂਟ ਕੰਟਰੀਜ਼ ਦੇ ਵਿੱਚ ਜਾਂਦੇ ਸੀਗੇ, ਬਸ ਮਾਰੀ ਜਾਂਦੇ ਸੀ ਲੋਕਾਂ ਨੂੰ। ਪਰ ਥਰੂ ਪ੍ਰੇਅਰਸ ਵਾਈਕਿੰਗਸ ਕਨਵਰਟ ਹੋ ਗਏ ਕ੍ਰਿਸਚੈਨਿਟੀ ਦੇ ਵਿੱਚ। ਟਾਈਮ ਕਿਹੜਾ ਸੀਗਾ, ਕਿੰਗ ਜਾਰਜ ਦੇ ਟਾਈਮ ਦੇ ਵਿੱਚ ਚੇਂਜ ਹੋ ਗਏ, ਉਹ ਕ੍ਰਿਸਚਨ ਬਣ ਗਏ। ਤੇ ਜਦੋਂ ਉਹ ਕ੍ਰਿਸਚਨ ਬਣ ਗਏ, ਧਰਤੀ ਦੇ ਉੱਤੇ ਇੱਕਦਮ ਸ਼ਾਂਤੀ ਹੋ ਗਈ। ਜਦੋਂ ਤੁਸੀਂ ਹਿਸਟਰੀ ਪੜ੍ਹਦੇ, ਬਿਬਲੀਕਲ ਹਿਸਟਰੀ ਦੇ ਵਿੱਚ ਉਹਨਾਂ ਦਾ ਰੋਲ ਕਿਤੇ ਵੀ ਮੈਂਸ਼ਨ ਨਹੀਂ ਕੀਤਾ, ਪਰ ਜਦੋਂ ਤੁਸੀਂ ਨੋਰਮਲ ਹਿਸਟਰੀ ਪੜ੍ਹਦੇ ਆ, ਕਹਿੰਦੇ ਕਿ ਇਹ ਜਿਹੜੇ ਹਿਸਟੋਰੀਅਨ ਸੀਗੇ ਉਹ ਹੈਰਾਨ ਸੀਗੇ ਕਿ ਇੱਕਦਮ ਜਿਹੜੀ ਇੱਕ ਇੰਨੀ ਫਿਊਰੀਅਸ ਕੌਮ ਆ, ਇੱਕ ਇੰਨੀ ਲੜਾਕੂ ਕੌਮ ਆ, ਉਹ ਇੱਕਦਮ ਇੰਨੀ ਸ਼ਾਂਤ ਕੌਮ ਕਿੱਦਾਂ ਹੋ ਗਈ। ਕਿੱਦਾਂ? ਕਿਉਂਕਿ ਪਰਮੇਸ਼ਵਰ ਦਾ ਰਾਜ ਉਹਨਾਂ ਦੇ ਵਿੱਚ ਸਥਾਪਿਤ ਹੋ ਗਿਆ ਸੀਗਾ। ਜਦੋਂ ਪਰਮੇਸ਼ਵਰ ਦਾ ਰਾਜ ਲੋਕਾਂ ਦੇ ਵਿੱਚ ਸਥਾਪਿਤ ਹੋ ਜਾਂਦਾ, ਉਦੋਂ ਫਿਰ ਇੱਦਾਂ ਦੇ ਮਿਰੇਕਲ ਹੁੰਦੇ, ਨੇਸ਼ਨਸ ਚੇਂਜ ਹੋ ਜਾਂਦੀਆਂ। ਉਹ ਵੀ ਨੇਸ਼ਨ ਚੇਂਜ ਹੋ ਗਈ। ਜਿਹੜੀ ਵਾਈਕਿੰਗਸ ਦੀ ਕਦੀ ਕੋਈ ਸੋਚ ਨਹੀਂ ਸਕਦਾ ਸੀਗਾ, ਉਹ ਨੇਸ਼ਨ ਵੀ ਪਰਮੇਸ਼ਵਰ ਨੇ ਚੇਂਜ ਕਰ ਦਿੱਤੀ। ਹਾਲੇਲੂਇਆ। ਮੈਂ ਤੁਹਾਨੂੰ ਇਨਕਰੇਜ ਕਰਨਾ ਚਾਹੁੰਦਾ ਆ ਕਿ ਇਹ ਪਹਿਲਾਂ ਹੋਇਆ ਆ, ਪਰਮੇਸ਼ਵਰ ਦੇ ਲੋਕਾਂ ਨੇ ਕੀਤਾ ਆ। ਜਦੋਂ ਪਰਮੇਸ਼ਵਰ ਦੀ ਕਲੀਸਿਆ ਮੈਚਿਓਰ ਹੋਈ ਆ, ਮੈਚਿਓਰ ਹੋ ਕੇ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਜਿਹੜੀਆਂ ਪ੍ਰੋਬਲਮਸ ਉਸ ਟਾਈਮ 'ਤੇ ਧਰਤੀ ਦੇ ਉੱਤੇ ਚੱਲ ਰਹੀਆਂ ਸੀਗੀਆਂ, ਉਹਨਾਂ ਦਾ ਹੱਲ ਨਾ ਤਾਂ ਕਿਸੇ ਸਰਕਾਰ ਦੇ ਕੋਲ ਆ, ਨਾ ਪੋਲੀਟੀਸ਼ੀਅਨਸ ਦੇ ਕੋਲ ਆ, ਕਿਸੇ ਦੇ ਕੋਲ ਹੱਲ ਨਹੀਂ। ਫਿਰ ਜਿਹੜੀ ਚਰਚ ਸੀਗੀ ਉਹਨੇ ਮੈਟਰਸ ਆਪਣੇ ਹੱਥਾਂ ਦੇ ਵਿੱਚ ਲਿਆ। ਉਹਨਾਂ ਨੇ ਲੜਾਈ ਨਹੀਂ ਕੀਤੀ ਕਿਸੇ ਦੇ ਨਾਲ, ਉਹਨਾਂ ਨੇ ਤਲਵਾਰਾਂ ਨਹੀਂ ਕੱਢ ਲਈਆਂ, ਪਰ ਰੂਹ ਦੇ ਵਿੱਚ, ਆਤਮਾ ਦੇ ਵਿੱਚ ਲੜਾਈ ਕੀਤੀ। ਆਤਮਾ ਦੇ ਵਿੱਚ ਲੜਾਈ ਕਰਕੇ ਉਹਨਾਂ ਨੇ ਨੇਸ਼ਨਸ ਨੂੰ ਚੇਂਜ ਕਰ ਦਿੱਤਾ। ਹਾਲੇਲੂਇਆ। ਇਸ ਚਰਚ ਦਾ ਜਿਹੜਾ ਮਕਸਦ ਆ, ਉਹ ਮਕਸਦ ਕੀ ਆ? ਸਭ ਤੋਂ ਪਹਿਲਾਂ ਆਪਣੀਆਂ ਫੈਮਲੀਜ਼ ਨੂੰ ਚੇਂਜ ਕਰਨਾ। ਅਗਰ ਸਾਡੀ ਫੈਮਲੀਜ਼ ਦੇ ਵਿੱਚ ਕੋਈ ਪ੍ਰੋਬਲਮ ਆ, ਉਹ ਪ੍ਰੋਬਲਮ, ਅਗਰ ਅਸੀਂ ਪਰਮੇਸ਼ਵਰ ਦੇ ਬੱਚੇ ਆ, ਸਾਡੀ ਫੈਮਲੀਜ਼ ਦੇ ਵਿੱਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਅਸੀਂ ਹਰ ਕੰਮ ਦੇ ਵਿੱਚ ਬਲੈਸਡ ਹੋਣੇ ਚਾਹੀਦੇ। ਬਾਈਬਲ ਦੇ ਵਿੱਚ ਲਿਖਿਆ, ਪਰਮੇਸ਼ਵਰ ਨੇ ਸਾਨੂੰ ਸਿਰ ਬਣਾਇਆ, ਨਾ ਕਿ ਉਹਨੇ ਪੂਛ ਬਣਾਇਆ। ਹਾਲੇਲੂਇਆ। ਸਾਰੀ ਦੁਨੀਆ ਦੀਆਂ ਜਿਹੜੀਆਂ ਕੌਮਾਂ ਆ, ਸਾਡੇ ਪਿੱਛੇ ਹੋਣੀਆਂ ਚਾਹੀਦੀਆਂ। ਸਾਡੇ ਬਿਜ਼ਨਸਿਸ ਹੋਣੇ ਚਾਹੀਦੇ ਆ, ਸਾਡੇ ਬੱਚੇ ਹਾਈਅਰ ਪੋਸਟ 'ਤੇ ਹੋਣੇ ਚਾਹੀਦੇ ਆ। ਹਰ ਚੀਜ਼ ਕ੍ਰਿਸਚਨਸ ਦੇ ਕੋਲ ਬੈਸਟ ਹੋਣੀ ਚਾਹੀਦੀ ਆ। ਕਿਉਂ? ਕਿਉਂਕਿ ਬਾਈਬਲ ਸਾਨੂੰ ਇਹ ਅਧਿਕਾਰ ਦਿੰਦੀ ਆ। ਹਾਲੇਲੂਇਆ। ਸਾਡੇ ਘਰਾਂ ਦੇ ਵਿੱਚ ਬਿਮਾਰੀਆਂ ਨਹੀਂ ਹੋਣੀਆਂ ਚਾਹੀਦੀਆਂ, ਕੋਈ ਵੀ ਬਿਮਾਰੀ ਆ। ਸਾਡੇ ਘਰਾਂ ਦੇ ਵਿੱਚ ਗਰੀਬੀ ਨਹੀਂ ਹੋਣੀ ਚਾਹੀਦੀ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬਲੈਸ ਕੀਤਾ ਆ। ਉਸ ਤੋਂ ਬਾਅਦ 'ਚ ਸਾਡੀ ਜ਼ਿੰਮੇਵਾਰੀ ਆ ਸਾਡੇ ਸਿਟੀ ਦੇ ਵਾਸਤੇ। ਜਿਹੜੀ ਸਾਡੀ ਸਿਟੀ ਆ, ਉਹ 100% ਪਰਮੇਸ਼ਵਰ ਦੇ ਅੱਗੇ ਸਰੈਂਡਰ ਹੋਣੀ ਚਾਹੀਦੀ ਆ। ਜਿੰਨੀਆਂ ਆਕਸਫੋਰਡ ਦੇ ਵਿੱਚ ਰੂਹਾਂ ਆ, ਉਹਦੀ ਜ਼ਿੰਮੇਵਾਰੀ ਸਾਡੀ ਆ। ਚਰਚਿਸ ਦੀ ਜ਼ਿੰਮੇਵਾਰੀ ਆ ਪ੍ਰੇਅਰ ਦੇ ਵਿੱਚ, ਇਵੈਂਜਲਿਜ਼ਮ ਦੇ ਵਿੱਚ, ਜਿੱਦਾਂ ਮਰਜ਼ੀ ਕਰਕੇ ਉਹ ਰੂਹਾਂ ਨੂੰ ਬਚਾਉਣ ਦੀ ਸਾਡੀ ਪਰਮੇਸ਼ਵਰ ਨੇ ਡਿਊਟੀ ਲਾਈ ਆ। ਕਿ ਪਰਮੇਸ਼ਵਰ ਦਾ ਜਿਹੜਾ ਰਾਜ ਆ, ਉਹ ਸਾਡੀ ਸਿਟੀ ਦੇ ਉੱਤੇ ਸਥਾਪਿਤ ਹੋਣਾ ਚਾਹੀਦਾ ਆ। ਆਕਸਫੋਰਡ ਜਿਹੜਾ, ਉਹ ਜਾਣਿਆ ਜਾਣਾ ਚਾਹੀਦਾ ਕਿ ਇਹ ਪਰਮੇਸ਼ਵਰ ਦੀ ਸਿਟੀ ਆ। ਇਹ ਡੈਵਲ ਦੀ ਸਿਟੀ ਨਹੀਂ ਗੀ, ਇਹ ਪਰਮੇਸ਼ਵਰ ਦੀ ਸਿਟੀ ਆ। ਇੱਥੇ ਨਸ਼ੇ ਬੰਦ ਹੋਣੇ ਚਾਹੀਦੇ ਆ। ਇੱਥੇ ਕੋਈ ਵੀ ਗਲਤ ਕੰਮ ਹੋ ਰਿਹਾ, ਉਹ ਬੰਦ ਹੋਣਾ ਚਾਹੀਦਾ, ਬਲਕਿ ਪਰਮੇਸ਼ਵਰ ਦੇ ਕੰਮ ਹੋਣੇ ਚਾਹੀਦੇ ਆ। ਉਸ ਤੋਂ ਬਾਅਦ 'ਚ ਸਾਡੀ ਜ਼ਿੰਮੇਵਾਰੀ ਕੀ ਆ? ਆਪਣੀ ਨੇਸ਼ਨ ਨੂੰ ਚੇਂਜ ਕਰਨ ਦੀ। ਕਿ ਜਿਹੜੀ ਸਾਡੀ ਨੇਸ਼ਨ ਆ, ਕੋਈ ਟਾਈਮ ਸੀਗਾ ਇੰਗਲੈਂਡ ਐਜ਼ ਅ ਕ੍ਰਿਸਚਨ ਨੇਸ਼ਨ ਜਾਣਿਆ ਜਾਂਦਾ ਸੀਗਾ।
2 ਮਹੀਨੇ ਪਹਿਲਾਂ ਇੱਕ ਸਰਵੇ ਹੋਇਆ, ਜਿਹੜੇ ਲੋਕ ਫਾਰਮ ਭਰਦੇ ਆ, ਫਾਰਮ ਦੇ ਵਿੱਚ ਆਪਣਾ ਉੱਥੇ ਇੱਕ ਕਾਲਮ ਭਰਿਆ ਹੁੰਦਾ ਆ ਕਿ ਤੁਸੀਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ। 40% ਡਿਕਲਾਈਨ ਆ ਗਿਆ ਜਿਹੜੇ ਕ੍ਰਿਸਚਨ ਦੇ ਅੱਗੇ ਟਿਕ ਕਰਦੇ ਸੀਗੇ। 40% ਡਿਕਲਾਈਨ। ਕੀ ਸ਼ੈਤਾਨ ਹੌਲੀ ਹੌਲੀ ਕਰਕੇ ਕਬਜ਼ਾ ਨਹੀਂ ਕਰ ਰਿਹਾ? ਸਾਡੀ ਕੰਟਰੀ ਤੇ ਕਬਜ਼ਾ ਕਰ ਰਿਹਾ। ਸਪਿਰਿਟ ਦੇ ਵਿੱਚ ਪਹਿਲਾਂ ਹੌਲੀ ਹੌਲੀ ਇੰਚ ਕਰਕੇ ਉਹ ਹਰ ਚੀਜ਼ ਦੇ ਵਿੱਚ ਕਬਜ਼ਾ ਕਰ ਰਿਹਾ ਆ। ਪਰ ਸਾਡੀ ਡਿਊਟੀ ਕੀ ਆ? ਪਰਮੇਸ਼ਵਰ ਦੇ ਸਹਿਕਰਮੀ ਹੋਣ ਦੇ ਨਾਤੇ ਜਿਹੜੇ ਸ਼ੈਤਾਨ ਦੇ ਕੰਮ ਆ ਉਹਨੂੰ ਡਿਸਟਰੋਏ ਕਰਕੇ ਪਰਮੇਸ਼ਵਰ ਦੇ ਰਾਜ ਨੂੰ ਸਥਾਪਿਤ ਕਰਨਾ। ਹਾਲੇਲੂਇਆ। ਤਾਂ ਕਰਕੇ ਅੱਜ ਦੀ ਆਪਣੀ ਸਪੈਸ਼ਲ ਜਿਹੜੀ ਪ੍ਰੇਅਰ ਆ ਉਹ ਆਪਣੀ ਕੰਟਰੀ ਲਈ ਆ। ਅਗਰ ਤੁਸੀਂ ਫਲਾਇਰ ਦੇਖਿਆ ਹੋਵੇ, ਫਲਾਇਰ ਅਸੀਂ ਬਣਾਇਆ ਸੀਗਾ, ਉਹਦੇ ਵਿੱਚ ਜਿਹੜੀ ਅੱਜ ਦੀ ਪ੍ਰੇਅਰ ਅਸੀਂ ਡੈਡੀਕੇਟ ਕੀਤੀ ਆ ਆਪਣੀ ਨੇਸ਼ਨ ਲਈ। ਅੱਜ ਅਸੀਂ ਇੰਗਲੈਂਡ ਵਾਸਤੇ ਪ੍ਰੇਅਰ ਕਰਾਂਗੇ, ਆਪਣੀ ਨੇਸ਼ਨ ਲਈ ਪ੍ਰੇਅਰ ਕਰਾਂਗੇ, ਆਪਣੀ ਸਿਟੀ ਲਈ ਪ੍ਰੇਅਰ ਕਰਾਂਗੇ, ਤਾਂ ਕਿ ਪਰਮੇਸ਼ਵਰ ਦਾ ਆਤਮਾ ਸਾਡੀ ਸਿਟੀ ਦੇ ਵਿੱਚ ਕੰਮ ਕਰੇ, ਸਾਡੀ ਸਿਟੀ ਨੂੰ ਚੇਂਜ ਕਰੇ, ਰਿਵਾਈਵਲ ਬ੍ਰੇਕ ਆਊਟ ਹੋਵੇ, ਰੂਹਾਂ ਬਚਾਈਆਂ ਜਾਣ, ਅਤੇ ਉਹ ਜਿਹੜਾ ਰਿਵਾਈਵਲ ਆਕਸਫੋਰਡ ਤੋਂ ਸਟਾਰਟ ਹੋ ਕੇ ਪੂਰੇ ਇੰਗਲੈਂਡ ਦੇ ਵਿੱਚ ਫੈਲੇ ਅਤੇ ਸਾਰੇ ਇੰਗਲੈਂਡ ਨੂੰ ਚੇਂਜ ਕਰ ਦੇਵੇ। ਇੱਕ ਵਾਰੀ ਫਿਰ ਇਹ ਜਿਹੜੀ ਨੇਸ਼ਨ ਆ ਐਜ਼ ਅ ਕ੍ਰਿਸਚਨ ਨੇਸ਼ਨ ਜਾਣੀ ਜਾਵੇ। ਇਹ ਸਾਡੀ ਡਿਊਟੀ ਆ। ਹਾਲੇਲੂਇਆ। ਤਾਂ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਵੈਂਜਲਿਜ਼ਮ ਸਟਾਰਟ ਕਰਾਂਗੇ ਅਤੇ ਸਾਰਿਆਂ ਨੇ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਇਵੈਂਜਲਿਜ਼ਮ ਕਰਨ ਦੇ ਲਈ। ਅਤੇ ਜਿੰਨੀ ਦੇਰ ਆਪਣੇ ਫਲਾਇਰਸ ਨਹੀਂ ਤਿਆਰ ਹੁੰਦੇ ਉਨੀ ਦੇਰ ਆਪਣੀ ਡਿਊਟੀ ਆ ਜਿੰਨੇ ਵੀ ਲੋਕ ਨੌਨ ਕ੍ਰਿਸਚਨਸ ਆ, ਪਰਮੇਸ਼ਵਰ ਨੂੰ ਨਹੀਂ ਜਾਣਦੇ, ਚਾਹੇ ਸਾਡੇ ਕੰਮ 'ਤੇ ਆ, ਚਾਹੇ ਸਾਡੇ ਗੁਆਂਢੀ ਆ, ਚਾਹੇ ਅਸੀਂ ਕਿਸੇ ਨਾਲ ਫੋਨ 'ਤੇ ਗੱਲ ਕਰਦੇ, ਸਾਡੀ ਪਹਿਲੀ ਪ੍ਰਾਇਓਰਟੀ ਕੀ ਹੋਣੀ ਚਾਹੀਦੀ ਹੈ? ਪਰਮੇਸ਼ਵਰ ਦਾ ਰਾਜ। ਹਾਲੇਲੂਇਆ। ਉਹਨਾਂ ਨੂੰ ਪਰਮੇਸ਼ਵਰ ਬਾਰੇ ਦੱਸਣ ਦੀ, ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਲੈ ਕੇ ਆਉਣ ਦੀ। ਹਾਲੇਲੂਇਆ। ਇਹ ਸਾਡੀ ਪਹਿਲੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ। ਬਾਈਬਲ ਦੇ ਵਿੱਚ ਲਿਖਿਆ, ਤੂੰ ਮੇਰੇ ਧਰਮ ਅਤੇ ਰਾਜ ਦੀ ਖੋਜ ਕਰ, ਸਾਰੀਆਂ ਚੀਜ਼ਾਂ ਤੇਰੇ ਪਿੱਛੇ ਪੈ ਕੇ ਮਿਲੂਗੀਆਂ। ਇੱਦਾਂ ਲਿਖਿਆ। ਅੱਜ ਅਸੀਂ ਪਰਮੇਸ਼ਵਰ ਦੇ ਰਾਜ ਦੀ ਖੋਜ ਕਰਾਂਗੇ। ਹਾਲੇਲੂਇਆ। ਸਾਰੇ ਖੜੇ ਹੋਵਾਂਗੇ। ਅੱਜ ਆਪਾਂ ਆਪਣੇ ਨੇਸ਼ਨ ਵਾਸਤੇ ਪ੍ਰੇਅਰ ਕਰਾਂਗੇ।